ओके स्टार्ट करते हैं। यहाँ 2 ਮੈਸੇਜ ਆਏ ਆ ਉਹ ਦੇਖ ਲਈਏ। ਸਰ ਇਹ ਗਰੁੱਪ 'ਚ ਤੁਸੀਂ ਕਹਿਣੇ ਇਹ ਤਾਂ ਹੋ ਹੀ ਗਿਆ। ਆਈ ਐਮ ਨਿਊ ਸਟੂਡੈਂਟ ਫਰਸਟ ਡੇ ਮੇਰਾ ਅੱਜ। ਹਾਰਡਕੋਰ ਕੋਈ ਗੱਲ ਨਹੀਂ ਆ, ਜੋ ਵੀ ਤੁਹਾਨੂੰ ਵੀਡੀਓਜ਼ ਜੂਮ ਮੀਟਿੰਗ ਹੋਈਆਂ ਉਹਨਾਂ ਦਾ ਲਿੰਕ ਟੈਲੀਗ੍ਰਾਮ ਗਰੁੱਪ ਵਿੱਚ ਮਿਲ ਜਾਏਗਾ। ਓਕੇ ਸਟਾਰਟ ਕਰਦੇ ਹਾਂ। ਕੌਣ ਕਰ ਰਿਹਾ ਏ? ਸੌਰੀ ਪਹਿਲਾਂ ਹੀ ਮੈਂ ਸੈਟਿੰਗ ਕਰਨੀ ਭੁੱਲ ਗਿਆ। ਇੱਕ ਮਿੰਟ। ਓਕੇ ਸਟਾਰਟ ਕਰਦੇ ਹਾਂ। ਸੋ 1 ਬਾਈ 1 ਟੌਪਿਕ ਕਰਾਂਗੇ, ਫਿਰ ਆਪਾਂ ਉਹਨਾਂ ਉੱਪਰ ਕੁਐਸਚਨ ਵੀ ਕਰਾਂਗੇ। ਠੀਕ ਹੈ, ਤੁਸੀਂ ਆਨਸਰ ਸਿਰਫ ਚੈਟ ਬਾਕਸ ਦੇ ਵਿੱਚ ਦੇਣੇ ਆ। ਸੋ ਅੱਜ ਦਾ ਟੌਪਿਕ ਜੋ ਫਰਸਟ ਹੈ ਉਹ ਹੈ ਭਾਰਤ ਦਾ ਅਟਾਰਨੀ ਜਨਰਲ ਆਫ ਇੰਡੀਆ ਅਤੇ ਰਾਜ ਦਾ ਐਡਵੋਕੇਟ ਜਨਰਲ ਆਫ ਦੀ ਸਟੇਟ। ਇਹ ਦੋਨੋਂ ਕਾਮਨ ਟੌਪਿਕ ਆ, ਸੇਮ ਜੀਆਂ ਗੱਲਾਂ ਨੇ, ਇਸ ਲਈ ਮੈਂ ਦੋਨੋਂ ਟੌਪਿਕ ਨਾਲ ਕਰਾ ਰਿਹਾ ਤਾਂ ਕਿ ਤੁਹਾਡੀ ਜੋ ਹੈ ਕਾਮਨ ਸੈਂਸ ਦੋਵਾਂ ਟੌਪਿਕਾਂ ਨੂੰ ਲੈ ਕੇ ਬਣ ਜੇ। ਠੀਕ ਹੈ, ਸੋ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਭਾਰਤ ਦੇ ਅਟਾਰਨੀ ਜਨਰਲ ਦੀ। ਸੋ ਉਸ ਤੋਂ ਬਾਅਦ ਆਪਾਂ ਰਾਜ ਦਾ ਐਡਵੋਕੇਟ ਜਨਰਲ ਦੇਖਾਂਗੇ, ਜਿਹਨੂੰ ਮਹਾ ਅਧਿਵਕਤਾ ਕਿਹਾ ਜਾਂਦਾ ਹੈ। ਅਧਿਵਕਤਾ ਮਤਲਬ ਵਕੀਲ। ਠੀਕ ਹੈ, ਸੋ ਦੋਵੇਂ ਆਵਾਜ਼ ਕਲੀਅਰ ਨਹੀਂ ਆ ਰਹੀ ਮੇਰੀ? ਹੈਲੋ, ਆਵਾਜ਼ ਕਲੀਅਰ ਨਹੀਂ ਆ ਰਹੀ? ਇੱਕ ਵਾਰੀ ਫਿਰ ਤੋਂ ਰਿਪਲਾਈ ਕਰਿਓ। ਮਾਈਕ ਅਨਮਿਊਟ ਹੈ, 1 ਮਿੰਟ ਯਾਰ। ਹਾਂਜੀ ਹਰਗੁਣ ਢਿੱਲੋਂ, ਆਵਾਜ਼ ਕਲੀਅਰ ਆ ਰਹੀ ਹੈ ਜਾਂ ਮੇਰੀ? ਓਕੇ ਓਕੇ, ਇੱਕ ਮੈਸੇਜ ਆਇਆ ਸੀ ਕਿ ਆਵਾਜ਼ ਕਲੀਅਰ ਨਹੀਂ ਆ ਰਹੀ ਹੈ, ਇਸ ਕਰਕੇ ਮੈਂ ਪੁੱਛਿਆ। ਚਲੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਭਾਰਤ ਦੇ ਅਟਾਰਨੀ ਜਨਰਲ ਬਾਰੇ ਦੇਖਾਂਗੇ, ਜਿਹਨੂੰ ਮਹਾ ਨਿਆਂਵਾਦੀ ਕਹਿੰਦੇ ਆ ਹਿੰਦੀ ਵਿੱਚ। ਠੀਕ ਹੈ, ਇਹਦੀ ਸੰਵਿਧਾਨਿਕ ਵਿਵਸਥਾ ਦੀ ਗੱਲ ਕਰੀਏ ਕਿ ਸੰਵਿਧਾਨ ਦੇ ਕਿਸ ਭਾਗ ਵਿੱਚ ਅਟਾਰਨੀ ਜਨਰਲ ਦੀ ਗੱਲ ਕੀਤੀ ਗਈ ਹੈ, ਤਾਂ ਸੰਵਿਧਾਨ ਦੇ ਭਾਗ 5 ਦੇ ਵਿੱਚ ਗੱਲ ਕੀਤੀ ਗਈ ਹੈ, ਆਰਟੀਕਲ 76 ਦੇ ਵਿੱਚ। ਠੀਕ ਹੈ, 76 ਆਰਟੀਕਲ ਦੇ ਵਿੱਚ ਜੋ ਹੈ ਅਟਾਰਨੀ ਜਨਰਲ ਦੇ ਪਦ ਦੀ ਵਿਵਸਥਾ ਕੀਤੀ ਗਈ ਹੈ। ਇਹ ਕੀ ਹੈ? ਦੇਸ਼ ਦਾ ਸਰਵਉੱਚ ਕਾਨੂੰਨ ਅਧਿਕਾਰੀ ਹੈ। ਅਗਰ ਤੁਹਾਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਆਉਂਦਾ ਕਿ ਦੇਸ਼ ਦਾ ਸਰਵਉੱਚ ਕਾਨੂੰਨ ਅਧਿਕਾਰੀ ਕੌਣ ਹੈ, ਨਾਲ ਆਪਸ਼ਨ ਦਿੱਤੀਆਂ ਹੋਣ ਕਿ ਅਟਾਰਨੀ ਜਨਰਲ, ਸੈਕਿੰਡ ਆਪਸ਼ਨ ਹੋਏ ਕੈਬਨਿਟ ਦਾ ਜੋ ਕਾਨੂੰਨ ਮੰਤਰੀ ਹੈ, ਜਾਂ ਹੋਰ ਕੋਈ ਆਪਸ਼ਨ ਹੋਏ ਸੁਪਰੀਮ ਕੋਰਟ ਦਾ ਜੱਜ, ਸੋ ਉੱਥੇ ਤੁਸੀਂ ਆਪਸ਼ਨ ਸਿਲੈਕਟ ਕਰਨੀ ਹੈ ਅਟਾਰਨੀ ਜਨਰਲ, ਕਿਉਂਕਿ ਇਹ ਦੇਸ਼ ਦਾ ਸਰਵਉੱਚ ਕਾਨੂੰਨ ਅਧਿਕਾਰੀ ਹੈ। ਠੀਕ ਹੈ, ਐਵੇਂ ਹੀ ਜੇਕਰ ਆਪਾਂ ਰਾਜ ਦੇ ਐਡਵੋਕੇਟ ਜਨਰਲ ਦੀ ਗੱਲ ਕਰੀਏ, ਉਹ ਬਿਲਕੁਲ ਇਹਦੇ ਅਨੁਪੂਰਕ ਹੈ। ਠੀਕ ਹੈ, ਸਿਮਿਲਰ ਜਿਹਾ ਹੈ। ਜਿਵੇਂ ਇਸ ਦੇ ਵਿੱਚ ਮਹਾ ਨਿਆਂਵਾਦੀ ਹੁੰਦਾ, ਉਵੇਂ ਰਾਜ ਦੇ ਵਿੱਚ ਕੀ ਹੁੰਦਾ? ਐਡਵੋਕੇਟ ਜਨਰਲ ਹੁੰਦਾ। ਇਹਦੀ ਵਿਵਸਥਾ ਕਿੱਥੇ ਕੀਤੀ ਗਈ ਹੈ? ਸੰਵਿਧਾਨ ਦੇ ਭਾਗ 6 ਦੇ ਵਿੱਚ। ਠੀਕ ਹੈ, ਨਿਆਂਵਾਦੀ ਜੋ ਅਟਾਰਨੀ ਜਨਰਲ ਸੀ ਉਹਦੀ ਭਾਗ 5 ਵਿੱਚ, ਇਹਦੀ ਜੋ ਐਡਵੋਕੇਟ ਜਨਰਲ ਦੀ ਆ ਉਹ ਸੰਵਿਧਾਨ ਦੇ ਭਾਗ 6 ਵਿੱਚ। ਔਰ ਇੱਥੇ ਆਰਟੀਕਲ 76 ਹੈ, ਔਰ ਇੱਥੇ ਆਰਟੀਕਲ 165 ਹੈ। ਠੀਕ ਹੈ, ਇਹ ਜਿਵੇਂ ਦੇਸ਼ ਦਾ ਸਰਵਉੱਚ ਕਾਨੂੰਨ ਅਧਿਕਾਰੀ ਹੁੰਦਾ, ਉਵੇਂ ਹੀ ਇਹ ਬਿਲਕੁਲ ਰਾਜ ਦਾ ਸਰਵਉੱਚ ਕਾਨੂੰਨ ਅਧਿਕਾਰੀ ਹੁੰਦਾ। ਮਤਲਬ ਇਹ ਸੈਂਟਰ ਦਾ ਹੋ ਗਿਆ ਔਰ ਇਹ ਸਟੇਟ ਦਾ ਸਰਵਉੱਚ ਕਾਨੂੰਨ ਅਧਿਕਾਰੀ ਹੈ। ਠੀਕ ਹੈ, ਹੁਣ ਗੱਲ ਕਰਦੇ ਹਾਂ ਇਹਨਾਂ ਦੀ ਨਿਯੁਕਤੀ ਕੌਣ ਕਰਦਾ। ਜੋ ਭਾਰਤ ਦਾ ਅਟਾਰਨੀ ਜਨਰਲ ਹੈ ਉਸ ਦੀ ਨਿਯੁਕਤੀ ਜੋ ਹੈ ਸੈਂਟਰ ਦੇ ਵਿੱਚ ਰਾਸ਼ਟਰਪਤੀ ਦੁਆਰਾ ਹੁੰਦੀ ਹੈ, ਔਰ ਸਟੇਟ ਦੇ ਵਿੱਚ ਕੌਣ ਕਰਦਾ ਹੈ? ਜੋ ਐਡਵੋਕੇਟ ਜਨਰਲ ਹੈ ਉਹਦੀ ਨਿਯੁਕਤੀ ਰਾਜਪਾਲ ਦੇ ਦੁਆਰਾ ਹੁੰਦੀ ਹੈ। ਠੀਕ ਹੈ, ਅਗਰ ਆਪਾਂ ਯੋਗਤਾਵਾਂ ਦੀ ਗੱਲ ਕਰੀਏ, ਇਹਨਾਂ ਨੂੰ ਇਹਦੇ ਜੋ ਐਡਵੋਕੇਟ ਜਨਰਲ ਜਾਂ ਅਟਾਰਨੀ ਜਨਰਲ ਬਣ ਰਿਹਾ ਉਸ ਲਈ ਕੀ ਯੋਗਤਾਵਾਂ ਜ਼ਰੂਰੀ ਨੇ। ਠੀਕ ਹੈ, ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਟਾਰਨੀ ਜਨਰਲ ਦੀ। ਅਗਰ ਅਟਾਰਨੀ ਜਨਰਲ ਕਿਸੇ ਬੰਦੇ ਨੇ ਬਣਨਾ ਹੈ ਤਾਂ ਉਹਦੇ ਲਈ ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ। ਸਭ ਤੋਂ ਪਹਿਲੀ ਹੈ ਕਿ ਉਹ ਸਰਵਉੱਚ ਅਦਾਲਤ ਜੋ ਆਪਣੇ ਦੇਸ਼ ਦੀ ਸੁਪਰੀਮ ਕੋਰਟ ਹੈ ਉਹਦਾ ਜੱਜ ਬਣਨ ਦੀ ਯੋਗਤਾ ਰੱਖਦਾ ਹੋਣਾ ਚਾਹੀਦਾ। ਠੀਕ ਹੈ, ਸੁਪਰੀਮ ਕੋਰਟ ਦੇ ਜੱਜ ਬਣਨ ਲਈ ਕੀ ਯੋਗਤਾ ਹੋਣੀਆਂ ਚਾਹੀਦੀਆਂ ਇਹ ਪਤਾ ਹੋਵੇਗਾ ਤਾਂ ਤੁਹਾਨੂੰ ਅਟਾਰਨੀ ਜਨਰਲ ਦੀਆਂ ਜੋ ਯੋਗਤਾਵਾਂ ਨੇ ਉਹ ਯਾਦ ਰੱਖਣਾ ਈਜ਼ੀ ਹੋ ਜਾਏਗਾ। ਸੁਪਰੀਮ ਕੋਰਟ ਦੇ ਜੱਜ ਦੀਆਂ ਯੋਗਤਾਵਾਂ ਕੀ ਨੇ? ਫਸਟ ਹੈ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ। ਕਿਸੇ ਹਾਈ ਕੋਰਟ ਦੇ ਵਿੱਚ 5 ਸਾਲ ਦੇ ਰੂਪ ਵਿੱਚ ਜੱਜ ਦੇ ਰੂਪ ਵਿੱਚ ਉਹਨੇ ਕੰਮ ਕੀਤਾ ਹੋਣਾ ਚਾਹੀਦਾ ਹੈ, ਜਾਂ ਕਿਸੇ ਹਾਈ ਕੋਰਟ ਦੇ ਵਿੱਚ 10 ਸਾਲ ਦੀ ਵਕਾਲਤ ਕੀਤੀ ਹੋਣੀ ਚਾਹੀਦੀ ਹੈ। ਮਤਲਬ ਉੱਥੇ ਜੋ ਹੈ ਵਕੀਲ ਰਿਹਾ ਹੋਣਾ ਚਾਹੀਦਾ ਹੈ। ਨਾਲ ਹੀ ਇੱਥੇ ਗੱਲ ਹੈ ਸੁਪਰੀਮ ਕੋਰਟ ਦੇ ਜੱਜ ਬਣਨ ਦੇ ਵਿੱਚ, ਜੋ ਸਟੇਟ ਦੇ ਜੱਜ ਬਣਨ ਦੇ ਲਈ ਨਹੀਂ ਹੈ। ਇੱਥੇ ਇਹ ਕਿਹਾ ਗਿਆ ਕਿ ਰਾਸ਼ਟਰਪਤੀ ਦੇ ਮਤ ਅਨੁਸਾਰ ਉਹ ਨਿਆਇਕ ਮਾਮਲਿਆਂ ਦਾ ਵਿਸ਼ੇਸ਼ ਜਾਣਕਾਰ ਹੋਣਾ ਚਾਹੀਦਾ ਹੈ।
ਨਿਆਇਕ ਮਾਮਲੇ ਮਤਲਬ ਜੋ ਨਿਆਂ ਨਾਲ ਰਿਲੇਟਡ ਆ, ਜੋ ਜੁਡੀਸ਼ਰੀ ਨਾਲ ਰਿਲੇਟਡ ਮਾਮਲੇ ਆ, ਉਹਨਾਂ ਦਾ ਜਾਣਕਾਰ ਵਿਸ਼ੇਸ਼ज्ञ ਹੋਣਾ ਚਾਹੀਦਾ ਹੈ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਰਾਜ ਦੇ ਐਡਵੋਕੇਟ ਜਨਰਲ ਦੀ। ਉਹਦੇ ਲਈ ਕੀ ਯੋਗਤਾਵਾਂ ਸੰਵਿਧਾਨ ਦੇ ਆਰਟੀਕਲ 165 ਦੇ ਵਿੱਚ ਲਿਖੀਆਂ ਹੋਈਆਂ। ਇਹਦੇ ਵਿੱਚ ਕਿਹਾ ਗਿਆ ਕਿ ਉਹ ਕਿਸੇ ਉੱਚ ਅਦਾਲਤ ਦਾ ਜੱਜ ਬਣਨ ਦੇ ਯੋਗ ਹੋਣਾ ਚਾਹੀਦਾ ਹੈ। ਇੱਥੇ ਕਿਹਾ ਗਿਆ ਸੀ ਸਰਵਉੱਚ ਜੱਜ ਦਾ, ਸਰਵਉੱਚ ਅਦਾਲਤ ਦਾ। ਇੱਥੇ ਕਿਹਾ ਗਿਆ ਹਾਈ ਕੋਰਟ ਦਾ ਜੱਜ ਬਣਨ ਦੇ ਯੋਗ ਹੋਣਾ ਚਾਹੀਦਾ ਹੈ। ਹਾਈ ਕੋਰਟ ਦੇ ਜੱਜ ਬਣਨ ਲਈ ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ? ਭਾਰਤ ਦਾ ਨਾਗਰਿਕ ਹੋਏ, 10 ਸਾਲ ਲਈ ਨਿਆਇਕ ਪਦ ਤੇ ਰਿਹਾ ਹੋਣਾ ਚਾਹੀਦਾ ਹੈ, ਔਰ 10 ਸਾਲ ਦਾ ਜੋ ਹਾਈ ਕੋਰਟ ਦੇ ਵਿੱਚ ਜਾਂ ਤਾਂ ਅਨੁਭਵ ਹੋਏ ਵਕਾਲਤ ਦਾ। ਠੀਕ ਹੈ, ਪਰ ਇਹਦੇ ਵਿੱਚ ਜੋ ਆਹ ਗੱਲ ਕੀਤੀ ਗਈ ਹੈ ਉਹ ਗੱਲ ਇੱਥੇ ਨਹੀਂ ਹੈ। ਰਾਜ ਦੇ ਐਡਵੋਕੇਟ ਜਨਰਲ ਲਈ ਕਿਸੇ ਵੀ ਨਿਆਇਕ ਮਾਮਲੇ ਦਾ ਵਿਸ਼ੇਸ਼ ਜਾਣਕਾਰ ਹੋਣ ਦਾ ਕੋਈ ਉਪਬੰਧ ਨਹੀਂ ਕੀਤਾ ਗਿਆ ਹੈ। ਠੀਕ ਹੈ, ਸੰਵਿਧਾਨ ਦੇ ਵਿੱਚ ਇਹ ਸਿਰਫ ਸੁਪਰੀਮ ਕੋਰਟ ਦੇ ਲਈ ਕੀਤਾ ਗਿਆ। ਅਗਰ ਸੁਪਰੀਮ ਕੋਰਟ ਦੇ ਲਈ ਕੀਤਾ ਗਿਆ ਤਾਂ ਉਹ ਅਟਾਰਨੀ ਜਨਰਲ ਦੇ ਲਈ ਵੀ ਸੇਮ ਹੈ, ਕਿਉਂਕਿ ਉਸ ਲਈ ਯੋਗਤਾ ਜੋ ਹੈ ਸਰਵਉੱਚ ਅਦਾਲਤ ਦੇ ਸੁਪਰੀਮ ਕੋਰਟ ਦੇ ਜੱਜ ਬਣਨ ਦੀ ਯੋਗਤਾ ਜੋ ਹੈ ਹੋਣੀ ਚਾਹੀਦੀ ਹੈ। ਹਾਂ, ਆਰਟੀਕਲ ਅਲੱਗ-ਅਲੱਗ ਆ ਦੋਨਾਂ ਦੇ, ਕਿਉਂਕਿ ਸੈਂਟਰ ਗਵਰਨਮੈਂਟ ਦੀ ਜੋ ਕਾਰਜਕਾਰੀ ਵਿਵਸਥਾ ਹੈ ਉਹ ਭਾਗ 5 ਦੇ ਵਿੱਚ ਦੱਸੀ ਹੋਈ ਹੈ, ਔਰ ਜੋ ਰਾਜ ਗਵਰਨਮੈਂਟ ਦੀ, ਜੋ ਸਟੇਟ ਗਵਰਨਮੈਂਟ ਦੀ ਕਾਰਜਕਾਰੀ ਵਿਵਸਥਾ ਹੈ ਉਹ ਭਾਗ 6 ਦੇ ਵਿੱਚ ਗੱਲ ਕੀਤੀ ਗਈ ਹੈ। ਜਿਵੇਂ ਕਾਰਜਕਾਰੀ ਵਿਵਸਥਾ ਵਿੱਚ ਕੀ ਆ ਜਾਂਦਾ ਹੈ? ਪ੍ਰਧਾਨ ਮੰਤਰੀ ਆ ਜਾਂਦਾ ਹੈ, ਰਾਸ਼ਟਰਪਤੀ ਆ ਜਾਂਦਾ ਹੈ, ਅਟਾਰਨੀ ਜਨਰਲ ਆ ਜਾਂਦਾ ਹੈ, ਮੰਤਰੀ ਪਰਿਸ਼ਦ ਆ ਜਾਂਦੀ ਹੈ। ਉਵੇਂ ਹੀ ਸੇਮ ਸਟੇਟ ਦੇ ਵਿੱਚ ਕੀ ਆਉਂਦਾ ਕਿ ਗਵਰਨਰ ਆ ਜਾਂਦਾ ਹੈ, ਫਿਰ ਰਾਜ ਦਾ ਸੀਐਮ ਆ ਜਾਂਦਾ ਹੈ, ਉਹਦੀ ਮੰਤਰੀ ਪਰਿਸ਼ਦ ਆ ਜਾਂਦੀ ਹੈ। ਠੀਕ ਹੈ, ਹੁਣ ਗੱਲ ਕਰਦੇ ਹਾਂ ਵੇਤਨ ਅਤੇ ਭੱਤਿਆਂ ਦੀ। ਸੰਵਿਧਾਨ ਦੇ ਵਿੱਚ ਜੋ ਹੈ ਮਹਾਨਿਆਇਵਾਦੀ, ਅਟਾਰਨੀ ਜਨਰਲ ਅਤੇ ਐਡਵੋਕੇਟ ਜਨਰਲ ਦੋਨਾਂ ਦੇ ਜੋ ਵੇਤਨ ਅਤੇ ਭੱਤੇ ਆ ਉਹ ਨਿਸ਼ਚਿਤ ਨਹੀਂ ਗੇ। ਮਤਲਬ ਸੰਵਿਧਾਨ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਇਹਨਾਂ ਨੂੰ ਕਿੰਨੇ ਵੇਤਨ, ਕਿੰਨੀ ਉਹਨਾਂ ਨੂੰ ਤਨਖਾਹ ਦਿੱਤੀ ਜਾਏਗੀ, ਕੀ ਉਹਨਾਂ ਨੂੰ ਭੱਤੇ ਮਿਲਣਗੇ, ਕੀ ਹੋਰ ਸੁਵਿਧਾਵਾਂ ਮਿਲਣਗੀਆਂ। ਇਹ ਕੌਣ ਨਿਰਧਾਰਿਤ ਕਰਦਾ ਹੈ? ਜੋ ਅਟਾਰਨੀ ਜਨਰਲ ਹੈ ਉਸ ਲਈ ਜੋ ਹੈ ਰਾਸ਼ਟਰਪਤੀ ਨਿਰਧਾਰਿਤ ਕਰਦਾ ਹੈ, ਔਰ ਐਡਵੋਕੇਟ ਜਨਰਲ ਲਈ ਰਾਜਪਾਲ ਨਿਰਧਾਰਿਤ ਕਰਦਾ ਹੈ, ਕਿਉਂਕਿ ਇਹਨਾਂ ਦੀ ਨਿਯੁਕਤੀ ਰਾਸ਼ਟਰਪਤੀ ਔਰ ਰਾਜਪਾਲ ਦੁਆਰਾ ਹੀ ਹੋ ਰਹੀ ਹੈ। ਠੀਕ ਹੈ, ਕੁਐਸਚਨ ਦੇ ਵਿੱਚ ਇੱਕ ਕੁਐਸਚਨ ਵੀ ਬਣਾਏ ਹੋਏ ਆ ਮੈਂ, ਉਹਨਾਂ ਉੱਪਰ ਅਗਰ ਗੱਲ ਕਰਾਂਗੇ ਤਾਂ ਸੇਮ ਤੁਹਾਨੂੰ ਕੁਝ ਨਾ ਕੁਝ ਹੋਰ ਵੀ ਕਲੈਰਿਟੀ ਆਏਗੀ ਇਹਨਾਂ ਟੌਪਿਕ ਉੱਪਰ। ਹੁਣ ਆਪਾਂ ਕਾਰਜਕਾਲ ਦੀ ਗੱਲ ਕਰਦੇ ਹਾਂ ਕਿ ਕਾਰਜਕਾਲ ਕਦੋਂ ਦਾ, ਕਿੰਨੇ ਸਾਲ ਰਹਿੰਦਾ ਹੈ ਔਰ ਕਦੋਂ ਸਮਾਪਤੀ ਹੁੰਦੀ ਹੈ। ਅਗਰ ਗੱਲ ਕਰੀਏ ਅਟਾਰਨੀ ਜਨਰਲ ਦੀ, ਅਟਾਰਨੀ ਜਨਰਲ ਦੀ ਜਿਵੇਂ ਵੇਤਨ ਅਤੇ ਭੱਤੇ ਸੰਵਿਧਾਨ ਦੇ ਵਿੱਚ ਨਹੀਂ ਨਿਰਧਾਰਿਤ ਕੀਤੇ ਗਏ, ਉਵੇਂ ਹੀ ਇਹਨਾਂ ਦਾ ਕਾਰਜਕਾਲ ਵੀ ਨਿਰਧਾਰਿਤ ਨਹੀਂ ਕੀਤਾ ਗਿਆ। ਨਾ ਹੀ ਇਹਨਾਂ ਨੂੰ ਕੋਈ ਹਟਾਉਣ ਦੀ ਮੂਲ ਵਿਵਸਥਾ ਕਿ ਕਿਵੇਂ ਇਹਨਾਂ ਨੂੰ ਹਟਾਇਆ ਜਾਏਗਾ, ਇਸ ਬਾਰੇ ਵੀ ਕੋਈ ਸੰਵਿਧਾਨ ਦੇ ਵਿੱਚ ਚਰਚਾ ਨਹੀਂ ਕੀਤੀ ਗਈ ਹੈ। ਸਿਰਫ ਇਹ ਕਿਹਾ ਗਿਆ ਕਿ ਰਾਸ਼ਟਰਪਤੀ ਦੀ ਇੱਛਾ ਅਨੁਸਾਰ ਜੋ ਹੈ, ਜਦੋਂ ਤੱਕ ਰਾਸ਼ਟਰਪਤੀ ਦੀ ਇੱਛਾ ਹੈ ਉਦੋਂ ਤੱਕ ਹੀ ਅਟਾਰਨੀ ਜਨਰਲ ਜੋ ਹੈ ਆਪਣੇ ਪਦ ਤੇ ਰਹੇਗਾ। ਠੀਕ ਹੈ, ਐਵੇਂ ਹੀ ਜੋ ਐਡਵੋਕੇਟ ਜਨਰਲ ਹੈ ਉਹ ਰਾਜਪਾਲ ਦੀ ਇੱਛਾ ਅਨੁਸਾਰ ਜੋ ਹੈ ਆਪਣੇ ਪਦ ਤੇ ਰਹੇਗਾ। ਠੀਕ ਹੈ, ਰਾਸ਼ਟਰਪਤੀ ਦੁਆਰਾ ਉਹ ਕਦੋਂ ਵੀ ਪਦ ਮੁਕਤ ਕੀਤਾ ਜਾ ਸਕਦਾ ਹੈ, ਮਤਲਬ ਉਹਦਾ ਕਾਰਜਕਾਲ ਜੋ ਹੈ ਨਿਸ਼ਚਿਤ ਨਹੀਂ ਹੈ। ਠੀਕ ਹੈ, ਇਹ ਨਹੀਂ ਹੈ ਕਿ ਉਹਦਾ ਕਾਰਜਕਾਲ ਜਿਵੇਂ ਇਲੈਕਸ਼ਨ ਕਮਿਸ਼ਨ ਤਰ੍ਹਾਂ 6 ਸਾਲ ਦਾ ਕਾਰਜਕਾਲ ਹੈ, ਇੱਥੇ ਉਹਦਾ ਕਾਰਜਕਾਲ ਜੋ ਹੈ ਨਿਸ਼ਚਿਤ ਨਹੀਂ ਹੈ। ਠੀਕ ਹੈ, ਉਹ ਰਾਸ਼ਟਰਪਤੀ ਨੂੰ ਕਦੋਂ ਵੀ ਅਸਤੀਫਾ ਦੇ ਸਕਦਾ ਹੈ, ਮਤਲਬ ਆਪਣਾ ਤਿਆਗ ਪੱਤਰ ਦੇ ਸਕਦਾ ਹੈ ਰਾਸ਼ਟਰਪਤੀ ਨੂੰ, ਜੋ ਐਡਵੋਕੇਟ ਅਟਾਰਨੀ ਜਨਰਲ ਹੈ। ਲੇਕਿਨ ਜੋ ਐਡਵੋਕੇਟ ਜਨਰਲ ਹੈ ਉਹ ਰਾਜਪਾਲ ਨੂੰ ਆਪਣਾ ਅਸਤੀਫਾ ਦੇਗਾ। ਠੀਕ ਹੈ, ਬੇਸਿਕਲੀ ਕੀ ਹੁੰਦਾ ਹੈ ਕਿ ਜਦੋਂ ਵੀ ਸੈਂਟਰ ਦੀ ਗਵਰਨਮੈਂਟ ਆਪਣਾ ਤਿਆਗ ਪੱਤਰ ਦਿੰਦੀ ਹੈ, ਉਦੋਂ ਨਾਲ ਦੀ ਨਾਲ ਜੋ ਹੈ ਅਟਾਰਨੀ ਜਨਰਲ ਨੂੰ ਵੀ ਆਪਣਾ ਤਿਆਗ ਪੱਤਰ ਦੇਣਾ ਪੈਂਦਾ ਹੈ, ਕਿਉਂਕਿ ਉਸ ਦੀ ਨਿਯੁਕਤੀ ਜੋ ਹੁੰਦੀ ਹੈ ਸਰਕਾਰ ਦੀ ਸਿਫਾਰਿਸ਼ ਤੇ ਹੁੰਦੀ ਹੈ। ਅਗਰ ਸਰਕਾਰ ਕਿਸੇ ਦੀ ਸਿਫਾਰਿਸ਼ ਰਹੀ ਹੈ ਕਿ ਇਸ ਬੰਦੇ ਨੂੰ ਅਟਾਰਨੀ ਜਨਰਲ ਬਣਾਇਆ ਜਾਏ ਤਾਂ ਉਸ ਦੀ ਨਿਯੁਕਤੀ ਹੁੰਦੀ ਹੈ। ਠੀਕ ਹੈ, ਐਵੇਂ ਹੀ ਸਟੇਟ ਦੇ ਵਿੱਚ ਹੁੰਦਾ ਹੈ। ਸਟੇਟ ਦੇ ਵਿੱਚ ਜਦੋਂ ਸੀਐਮ ਦੀ ਮੰਤਰੀ ਪਰਿਸ਼ਦ ਜੋ ਹੈ ਆਪਣਾ ਤਿਆਗ ਪੱਤਰ ਦੇ ਦਿੰਦੀ ਹੈ, ਉਦੋਂ ਹੀ ਜੋ ਹੈ ਐਡਵੋਕੇਟ ਜਨਰਲ ਨੂੰ ਤਿਆਗ ਪੱਤਰ ਦੇਣਾ ਪੈਂਦਾ ਹੈ। ਹੁਣ ਇਹਦੇ ਕੰਮ ਕੀ ਆ ਅਟਾਰਨੀ ਜਨਰਲ ਦੇ? ਸੇਮ ਕੰਮ ਹੀ ਹੁੰਦੇ ਆ, ਸੇਮ ਕੰਮ ਹੀ ਹੁੰਦੇ ਆ, ਲੇਕਿਨ ਫਰਕ ਕਿੱਥੇ ਆ ਜਾਂਦਾ ਹੈ? ਫਰਕ ਆ ਜਾਂਦਾ ਅਦਾਲਤਾਂ ਕਿਹੜੀਆਂ ਦੇ ਵਿੱਚ ਇਹ ਜਾ ਸਕਦਾ ਹੈ, ਕਿਹੜੀਆਂ ਅਦਾਲਤਾਂ ਵਿੱਚ ਕੇਸ ਲੜ ਸਕਦੇ ਆ, ਦੋਵੇਂ ਅਲੱਗ-ਅਲੱਗ ਨੇ। ਅਗਰ ਆਪਾਂ ਅਟਾਰਨੀ ਜਨਰਲ ਦੀ ਗੱਲ ਕਰੀਏ, ਕਿਉਂਕਿ ਇਹ ਦੇਸ਼ ਦਾ ਮੁੱਖ ਕਾਨੂੰਨ ਅਧਿਕਾਰੀ ਹੈ, ਤੇ ਇਸ ਨੂੰ ਕੀ ਅਧਿਕਾਰ ਹੈ ਕਿ ਭਾਰਤ ਸਰਕਾਰ ਨੂੰ ਕਾਨੂੰਨ ਸੰਬੰਧੀ ਅਜਿਹੇ ਵਿਸ਼ਿਆਂ ਤੇ ਸਲਾਹ ਦੇਣਾ ਜੋ ਰਾਸ਼ਟਰਪਤੀ ਸੌਂਪੇ। ਕਾਨੂੰਨੀ ਮਾਮਲਿਆਂ ਉੱਪਰ ਸਲਾਹ ਦਿੰਦਾ ਹੈ, ਜੋ ਮਾਮਲੇ ਜੋ ਰਾਸ਼ਟਰਪਤੀ ਸੌਂਪਦਾ ਹੈ ਉਹ ਭਾਰਤ ਸਰਕਾਰ ਨੂੰ ਸਲਾਹ ਦਿੰਦਾ ਹੈ। ਠੀਕ ਹੈ, ਕਿਉਂਕਿ ਇਹ ਦੇਸ਼ ਦਾ ਸਰਵਉੱਚ ਕਾਨੂੰਨ ਅਧਿਕਾਰੀ ਹੈ। ਠੀਕ ਹੈ, ਨਾਲ ਹੀ ਇਹ ਕਹਿੰਦਾ ਹੈ ਕਿ ਸੰਵਿਧਾਨ ਜਾਂ ਕਿਸੇ ਹੋਰ ਕਾਨੂੰਨਾਂ ਦੁਆਰਾ ਪ੍ਰਦਾਨ ਕੀਤੇ ਗਏ ਕੰਮਾਂ ਦਾ ਨਿਰਵਹਿਣ ਕਰਨਾ। ਮਤਲਬ ਸੰਵਿਧਾਨ ਦੇ ਵਿੱਚ ਤਾਂ ਇੱਕ ਤਾਂ ਆਰਟੀਕਲ 76 ਹੈ ਜੋ ਕਹਿ ਰਿਹਾ ਹੈ ਕਿ ਅਟਾਰਨੀ ਜਨਰਲ ਦੀ ਪਦ ਦੀ ਵਿਵਸਥਾ ਕਰਦਾ ਹੈ,
ਨਾਲ ਹੀ ਕੋਈ ਵਿਸ਼ੇਸ਼ ਕਾਨੂੰਨ ਬਣਾਇਆ ਗਿਆ ਹੈ ਜਿਸ ਦੇ ਵਿੱਚ ਇਹ ਲਿਖਿਆ ਹੋਵੇ ਕਿ ਅਟਾਰਨੀ ਜਨਰਲ ਨੂੰ ਇਹ ਕੰਮ ਕਰਨੇ ਪੈਣਗੇ। ਉਹਨਾਂ ਦੀ ਵੀ ਇੱਥੇ ਵਿਵਸਥਾ ਕੀਤੀ ਗਈ ਹੈ ਕਿ ਉਹ ਕੰਮਾਂ ਨੂੰ ਵੀ ਉਹਨੂੰ ਕਰਨਾ ਪਏਗਾ। ਨਾਲ ਹੀ ਉਸ ਨੂੰ ਕੀ ਕਰਨਾ ਪਏਗਾ ਕਿ ਭਾਰਤ ਸਰਕਾਰ ਨਾਲ ਜੋ ਵੀ ਮਾਮਲੇ ਹੋਣਗੇ ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋਣਾ ਪਏਗਾ ਲੈ ਕੇ। ਭਾਰਤ ਸਰਕਾਰ ਦਾ ਮਤਲਬ ਉਹ ਇੱਕ ਤਰ੍ਹਾਂ ਦਾ ਵਕੀਲ ਦੇ ਰੂਪ ਵਿੱਚ ਕੰਮ ਕਰ ਰਿਹਾ, ਠੀਕ ਹੈ। ਨਾਲ ਹੀ ਕਿਹਾ ਗਿਆ ਕਿ ਆਰਟੀਕਲ ਜੋ 143 ਹੈ ਅਨੁਸਾਰ ਰਾਸ਼ਟਰਪਤੀ ਦੇ ਦੁਆਰਾ ਸੁਪਰੀਮ ਕੋਰਟ ਵਿੱਚ ਭਾਰਤ ਸਰਕਾਰ ਦੀ ਪ੍ਰਤੀਨਿਧਤਾ ਕਰੇਗਾ, ਠੀਕ ਹੈ। ਇਹ ਕਿਹਾ ਗਿਆ। ਅਗਰ ਆਪਾਂ ਐਡਵੋਕੇਟ ਜਨਰਲ ਦੀ ਗੱਲ ਕਰੀਏ, ਉਹ ਸੇਮ ਹੈ। ਉਹ ਸਟੇਟ ਗਵਰਨਮੈਂਟ ਨੂੰ ਜੋ ਹੈ ਦਿੰਦਾ ਹੈ ਸਲਾਹ ਮਸ਼ਵਰਾ ਕਿਸੇ ਕਾਨੂੰਨੀ ਵਿਸ਼ੇ ਉੱਪਰ, ਔਰ ਸੰਵਿਧਾਨ ਦੇ ਵਿੱਚ ਕਿਵੇਂ ਵੀ ਕੋਈ ਹੋਰ ਉਪਬੰਧ ਕੀਤਾ ਗਿਆ ਹੈ, ਕੋਈ ਕਾਨੂੰਨ ਬਣਾਇਆ ਗਿਆ ਤਾਂ ਉਹਨਾਂ ਦੀ ਪਾਲਣਾ ਕਰਦਾ ਹੈ, ਠੀਕ ਹੈ। ਲੇਕਿਨ ਇਹ ਸੁਪਰੀਮ ਕੋਰਟ ਦੇ ਵਿੱਚ ਦਾਖਲ ਨਹੀਂ ਹੁੰਦਾ। ਇਹਨੂੰ ਸਿਰਫ ਸਟੇਟ ਗਵਰਨਮੈਂਟ ਦੇ ਵਿੱਚ ਰੱਖਿਆ ਜਾਂਦਾ ਹੈ। ਸਟੇਟ ਗਵਰਨਮੈਂਟ ਦੇ ਵਿੱਚ ਜਿੰਨੀਆਂ ਵੀ ਅਦਾਲਤਾਂ ਨੇ, ਹਾਈ ਕੋਰਟ ਹੈ, ਡਿਸਟ੍ਰਿਕਟ ਕੋਰਟ ਹੈ, ਉਸ ਤੋਂ ਲੋਅਰ ਕੋਰਟ ਨੇ, ਉਹਨਾਂ ਦੇ ਵਿੱਚ ਹੀ ਮਾਮਲੇ ਲੈ ਕੇ ਪੇਸ਼ ਹੁੰਦਾ ਹੈ, ਠੀਕ ਹੈ। ਫਿਰ ਆਪਾਂ ਅਧਿਕਾਰ ਤੇ ਸ਼ਕਤੀਆਂ ਦੀ ਗੱਲ ਕਰਦੇ ਹਾਂ। ਅਟਾਰਨੀ ਜਨਰਲ ਦੇ ਕੀ ਅਧਿਕਾਰ ਆ ਔਰ ਰਾਜ ਦੇ ਐਡਵੋਕੇਟ ਜਨਰਲ ਦੇ ਕੀ ਅਧਿਕਾਰ ਆ। ਅਟਾਰਨੀ ਜਨਰਲ ਜੋ ਹੈ ਉਹ ਭਾਰਤ ਦੇ ਕਿਸੇ ਵੀ ਖੇਤਰ ਵਿੱਚ ਕਿਸੇ ਵੀ ਅਦਾਲਤ ਵਿੱਚ ਸੁਣਵਾਈ ਕਰ ਸਕਦਾ ਹੈ। ਮਤਲਬ ਇਹ ਨਹੀਂ ਕਿ ਸਿਰਫ ਉਹ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਕਰੇਗਾ। ਅਗਰ ਕੋਈ ਕੇਸ ਭਾਰਤ ਸਰਕਾਰ ਨੂੰ ਲੈ ਕੇ ਕਿਸੇ ਹਾਈ ਕੋਰਟ, ਕਿਸੇ ਸਟੇਟ ਦੀ ਹਾਈ ਕੋਰਟ ਵਿੱਚ ਚੱਲ ਰਿਹਾ ਹੈ, ਜਾਂ ਕਿਸੇ ਯੂਨੀਅਨ ਟੈਰੀਟਰੀ ਦੀ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ, ਜਾਂ ਕਿਸੇ ਡਿਸਟ੍ਰਿਕਟ ਕੋਰਟ ਦੇ ਵਿੱਚ ਚੱਲ ਰਿਹਾ ਹੈ, ਤਾਂ ਉੱਥੇ ਵੀ ਉਹ ਮਾਮਲੇ ਦੀ ਸੁਣਵਾਈ ਕਰ ਸਕਦਾ ਹੈ। ਨਾਲ ਹੀ ਕੀ ਅਧਿਕਾਰ ਹੈ ਕਿ ਸੰਸਦ ਦੇ ਦੋਵਾਂ ਸਦਨਾਂ ਵਿੱਚ, ਸੰਸਦ ਦੇ ਦੋ ਸਦਨ ਕਿਹੜੇ ਆ, ਲੋਕ ਸਭਾ ਔਰ ਰਾਜ ਸਭਾ, ਵਿੱਚ ਬੋਲ ਸਕਦਾ ਹੈ। ਨਾਲ ਹੀ ਕਾਰਵਾਈ ਵਿੱਚ ਕੀ ਹੈ, ਭਾਗ ਵੀ ਲੈ ਸਕਦਾ ਹੈ, ਲੇਕਿਨ ਵੋਟ ਨਹੀਂ ਕਰ ਸਕਦਾ। ਵੋਟਿੰਗ ਸਿਰਫ ਸੰਸਦ ਦੇ ਮੈਂਬਰ ਕਰ ਸਕਦੇ ਆ। ਕਿਸੇ ਵਿਸ਼ੇ ਉੱਪਰ ਅਗਰ ਕੋਈ ਵੋਟਿੰਗ ਹੋ ਰਹੀ ਹੈ ਤਾਂ ਉੱਥੇ ਜੋ ਹੈ ਵੋਟ ਦੇਣ ਦਾ ਅਧਿਕਾਰ ਉਸ ਨੂੰ ਨਹੀਂ ਹੈ। ਉਸ ਨੂੰ ਵੇਤਨ ਅਤੇ ਭੱਤੇ ਸੰਸਦ ਦੇ ਮੈਂਬਰ ਦੀ ਤਰ੍ਹਾਂ ਮਿਲਦੇ ਆ, ਠੀਕ ਹੈ। ਇਵੇਂ ਆਪਾਂ ਹੁਣ ਦੇਖਦੇ ਹਾਂ ਕਿ ਰਾਜ ਦਾ ਐਡਵੋਕੇਟ ਜਨਰਲ ਕੀ ਹੈ। ਰਾਜ ਦੀ ਕਿਸੇ ਵੀ ਅਦਾਲਤ ਵਿੱਚ ਸੁਣਵਾਈ ਕਰ ਸਕਦਾ ਹੈ, ਰਾਜ ਦੀ ਅਦਾਲਤ ਵਿੱਚ, ਨਾ ਕਿ ਸੁਪਰੀਮ ਕੋਰਟ ਦੇ ਵਿੱਚ, ਨਾ ਹੀ ਹੋਰ ਕਿਸੇ ਰਾਜ ਦੀ ਅਦਾਲਤ ਵਿੱਚ, ਨਾ ਹੀ ਕਿਸੇ ਹੋਰ ਰਾਜ ਦੀ ਯੂਨੀਅਨ ਟੈਰੀਟਰੀ ਦੇ ਵਿੱਚ ਅਦਾਲਤ ਜੋ ਹੈ ਉਸ ਦੇ ਵਿੱਚ। ਸਿਰਫ ਉਸੇ ਰਾਜ ਦਾ ਐਡਵੋਕੇਟ ਜਨਰਲ ਜੋ ਹੈ ਉਸੇ ਰਾਜ ਦੀ ਅਦਾਲਤ ਹਾਈ ਕੋਰਟ ਦੇ ਵਿੱਚ ਔਰ ਉਸ ਰਾਜ ਦੀਆਂ ਡਿਸਟ੍ਰਿਕਟ ਕੋਰਟ ਦੇ ਵਿੱਚ ਸੁਣਵਾਈ ਕਰ ਸਕਦਾ ਹੈ। ਐਵੇਂ ਹੀ ਜਿਵੇਂ ਸੰਸਦ ਦੇ ਵਿੱਚ ਇਹ ਬੋਲ ਸਕਦਾ ਹੈ ਦੋਵਾਂ ਸਦਨਾਂ ਵਿੱਚ, ਉਵੇਂ ਹੀ ਰਾਜ ਦਾ ਐਡਵੋਕੇਟ ਵੀ ਦੋਵਾਂ ਸਦਨਾਂ ਵਿੱਚ, ਜੋ ਰਾਜ ਦੇ ਹੋਣਗੇ ਸਦਨ, ਉਹਨਾਂ ਵਿੱਚ ਬੋਲ ਸਕਦਾ ਹੈ, ਲੇਕਿਨ ਵੋਟ ਨਹੀਂ ਦੇ ਸਕਦਾ। ਵੋਟ ਤਾਂ ਆ ਵੀ ਨਹੀਂ ਦੇ ਸਕਦਾ ਔਰ ਆ ਵੀ ਨਹੀਂ ਦੇ ਸਕਦਾ, ਠੀਕ ਹੈ। ਵਿਧਾਨ ਮੰਡਲ ਦੀ ਤਰ੍ਹਾਂ ਇਹਨੂੰ ਵੇਤਨ ਅਤੇ ਭੱਤੇ ਮਿਲਦੇ ਆ, ਇਸ ਨੂੰ ਸੰਸਦ ਦੇ ਤਰ੍ਹਾਂ ਵੇਤਨ ਅਤੇ ਭੱਤੇ ਮਿਲਦੇ ਆ, ਠੀਕ ਹੈ। ਹੁਣ ਸੀਮਾਵਾਂ ਕੀ ਕੀ ਨੇ ਇਹਨਾਂ ਉੱਪਰ। ਭਾਰਤ ਸਰਕਾਰ ਦੇ ਵਿਰੁੱਧ ਕੋਈ ਵੀ ਸਲਾਹ ਤੇ ਵਿਸ਼ਲੇਸ਼ਣ ਨਹੀਂ ਦੇ ਸਕਦਾ ਅਟਾਰਨੀ ਜਨਰਲ। ਐਵੇਂ ਹੀ ਰਾਜ ਦਾ ਐਡਵੋਕੇਟ ਜਨਰਲ ਜੋ ਹੈ ਰਾਜ ਦੀ ਸਰਕਾਰ ਵਿਰੁੱਧ ਕੋਈ ਵੀ ਵਿਸ਼ਲੇਸ਼ਣ ਜਾਂ ਟਿੱਪਣੀ ਨਹੀਂ ਕਰ ਸਕਦਾ। ਨਾ ਹੀ ਉਸ ਮਾਮਲੇ ਉੱਪਰ ਕੋਈ ਟਿੱਪਣੀ ਕਰ ਸਕਦਾ ਹੈ ਜਿਸ ਨੂੰ ਉਹ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋ ਰਿਹਾ, ਠੀਕ ਹੈ। ਭਾਰਤ ਸਰਕਾਰ ਦੀ ਆਗਿਆ ਤੋਂ ਬਿਨਾਂ ਕਿਸੇ ਅਪਰਾਧਿਕ ਮਾਮਲੇ ਵਿੱਚ ਕਿਸੇ ਵਿਅਕਤੀ ਦਾ ਬਚਾਅ ਨਹੀਂ ਕਰ ਸਕਦਾ। ਅਗਰ ਕੋਈ ਵਿਅਕਤੀ ਨੇ ਕੋਈ ਅਪਰਾਧ ਕੀਤਾ ਹੈ, ਕਿਸੇ ਨੇ ਕਿਸੇ ਦਾ ਕਤਲ ਕੀਤਾ ਹੈ ਜਾਂ ਕੋਈ ਇਹੋ ਜਿਹਾ ਘੁਟਾਲਾ ਕੀਤਾ ਹੈ, ਉਹ ਇੱਕ ਅਪਰਾਧਿਕ ਮਾਮਲਾ ਹੈ। ਉਸ ਦੀ ਸੁਣਵਾਈ ਬਿਨਾਂ ਭਾਰਤ ਸਰਕਾਰ ਦੀ ਆਗਿਆ ਤੋਂ ਨਹੀਂ ਕਰ ਸਕਦਾ, ਠੀਕ ਹੈ। ਨਾ ਹੀ ਉਹ ਕਿਸੇ ਕੰਪਨੀ ਦਾ, ਕਿਸੇ ਪਰਿਸ਼ਦ ਦਾ ਜੋ ਹੈ CEO ਦੇ ਪਦ ਨੂੰ ਗ੍ਰਹਿਣ ਕਰ ਸਕਦਾ ਹੈ ਬਿਨਾਂ ਭਾਰਤ ਸਰਕਾਰ ਦੀ ਆਗਿਆ ਦੇ। ਹਾਲਾਂਕਿ ਇੱਕ ਸੀਮਾ ਇਹ ਨਹੀਂ ਹੈ ਕਿ ਉਹ ਭਾਰਤ ਸਰਕਾਰ ਦਾ ਜੋ ਹੈ ਪੂਰਨ ਕਾਲ ਦੇ ਰੂਪ ਵਿੱਚ ਵਕੀਲ ਦੇ ਤੌਰ ਤੇ ਕੰਮ ਕਰ ਰਿਹਾ। ਉਸ ਨੂੰ ਨਿੱਜੀ ਰੂਪ ਦੇ ਵਿੱਚ ਕਾਨੂੰਨੀ ਕਾਰਵਾਈ ਤੋਂ ਰੋਕਿਆ ਨਹੀਂ ਜਾ ਸਕਦਾ, ਠੀਕ ਹੈ, ਕਿਉਂਕਿ ਜੋ ਹੈ ਉਸ ਦੇ ਲਈ ਇਹ ਵਿਸ਼ੇਸ਼ ਉਪਬੰਧ ਜੋ ਹੈ ਸੰਵਿਧਾਨ ਦੇ ਵਿੱਚ ਨਹੀਂ ਕੀਤਾ ਗਿਆ, ਠੀਕ ਹੈ। ਨਾਲ ਹੀ ਇਹ ਕਿਹਾ ਗਿਆ ਕਿ ਅਟਾਰਨੀ ਜਨਰਲ ਜੋ ਹੈ ਕੇਂਦਰੀ ਕੈਬਨਿਟ ਦਾ ਮੈਂਬਰ ਨਹੀਂ ਹੁੰਦਾ, ਕਿਉਂਕਿ ਕੇਂਦਰੀ ਕੈਬਨਿਟ ਦੇ ਵਿੱਚ ਆਪਾਂ ਦੇਖਦੇ ਹਾਂ ਇੱਕ ਲਾਅ ਮਿਨਿਸਟਰ ਹੁੰਦਾ ਹੈ, ਠੀਕ ਹੈ। ਇਹ ਸਿਰਫ ਸਰਕਾਰ ਨੂੰ ਸਲਾਹ ਦੇਣ ਲਈ ਇੱਕ ਰੱਖਿਆ ਗਿਆ ਹੈ ਦੇਸ਼ ਦਾ ਸਰਵਉੱਚ ਕਾਨੂੰਨ ਅਧਿਕਾਰੀ, ਠੀਕ ਹੈ। ਕੇਂਦਰੀ ਕੈਬਨਿਟ ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਲਾਅ ਮਿਨਿਸਟਰ ਜੋ ਹੈ ਉਹ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ। ਸਟੇਟ ਦੇ ਵਿੱਚ ਮੈਨੂੰ ਕਲੀਅਰ ਨਹੀਂ ਯਾਦ ਆ ਰਿਹਾ ਕਿ ਸਟੇਟ ਦੇ ਵਿੱਚ ਕੌਣ ਹੈ ਲਾਅ ਮਿਨਿਸਟਰ ਆਪਣੇ। ਫਿਰ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦੀ ਗੱਲ ਕਰਦੇ ਹਾਂ। ਇਹਦੇ ਵਿੱਚ ਕੋਈ ਡਾਊਟ ਹੈ ਤਾਂ ਉਹ ਪੁੱਛ ਸਕਦਾ ਹੈ। ਤੇ ਫਿਰ ਇਸ ਦੇ ਉੱਪਰ ਜੋ ਆਪਾਂ ਅਟਾਰਨੀ ਜਨਰਲ ਔਰ ਐਡਵੋਕੇਟ ਜਨਰਲ ਦਾ ਟੌਪਿਕ ਕੀਤਾ ਉਸ ਦੇ MCQ ਕਰਦੇ ਹਾਂ ਇਲੈਕਸ਼ਨ ਕਮਿਸ਼ਨ ਕਰਨ ਤੋਂ ਪਹਿਲਾਂ। ਮੈਂ ਅਨਮਿਊਟ ਕਰ ਰਿਹਾ 1 by 1 ਹੈਂਡ ਰੇਜ਼ ਕਰ ਲਿਓ। ਹਾਂਜੀ, ਗੁਰਮੁਖ ਸਿੰਘ ਦੇ ਮੈਸੇਜ ਆਏ ਹੋਏ ਆ 3। ਹੁਣ ਠੀਕ ਆ, ਹੁਣ ਓਕੇ ਆ ਸਰ, ਠੀਕ ਆ ਰਹੀ ਆ ਸਰ। ਰਾਜ ਤੇ ਕੇਂਦਰ ਦੇ ਜੋ ਆਰਟੀਕਲ ਹਨ ਉਹ ਅਲੱਗ-ਅਲੱਗ ਹਨ। ਹਾਂ, ਆਰਟੀਕਲ ਅਲੱਗ-ਅਲੱਗ।
ਬਾਕੀ ਸੇਮ ਹੀ ਆ, ਸਿਮਿਲਰ ਚੀਜ਼ਾਂ ਨੇ। ਉਹਨੂੰ ਵਿਧਾਨ ਸਭਾ ਦੇ ਵੇਤਨ ਭੱਤੇ ਮਿਲਦੇ ਆ, ਉਹਨੂੰ ਸੰਸਦ ਦੇ, ਬਸ ਉਹ ਰਾਜ ਦਾ ਹੈ, ਇੱਕ ਸੈਂਟਰ ਦਾ ਹੈ। ਠੀਕ ਹੈ, ਕਿਉਂਕਿ ਸਿਮਿਲਰ ਟੌਪਿਕ ਹੈ, ਇਸ ਲਈ ਮੈਂ ਦੋਨੋਂ ਟੌਪਿਕ ਇਕੱਠੇ ਹੀ ਕਰਾ ਰਿਹਾ, ਤਾਂ ਕਿ ਤੁਹਾਨੂੰ ਕਲੈਰਿਟੀ ਵੀ ਹੋ ਜਾਏ, ਦੋ ਟੌਪਿਕ ਅਲੱਗ-ਅਲੱਗ ਤੋਂ ਨਾ ਕਰਨੇ ਪੈਣ। ਹਾਂਜੀ, ਕੌਣ ਬੋਲ ਰਿਹਾ? ਹਾਂਜੀ, ਹਰਦੀਪ। ਕੇ ਵੇਣੂ ਗੋਪਾਲ, ਉਹ ਪਹਿਲਾਂ ਵੀ ਰਹੇ ਆ, ਉਹਨਾਂ ਨੂੰ ਉਹਨਾਂ ਦਾ ਕਾਰਜਕਾਲ ਵਧਾ ਦਿੱਤਾ ਗਿਆ ਸੀ 1 ਸਾਲ ਦਾ, ਸ਼ਾਇਦ 1 ਸਾਲ ਪਤਾ ਨਹੀਂ, ਜਾਂ 3 ਸਾਲ ਲਈ ਵਧਾ ਦਿੱਤਾ ਗਿਆ ਸੀ ਉਹਨਾਂ ਦਾ ਕਾਰਜਕਾਲ। ਹਾਂ, ਉਹ ਅਟਾਰਨੀ ਜਨਰਲ ਦੀ ਸਹਾਇਤਾ ਕਰਨ ਲਈ ਹੁੰਦੇ ਆ, ਸੋਲਿਸਿਟਰ ਜਨਰਲ ਜਿੰਨੇ ਵੀ ਹੁੰਦੇ ਆ। ਉਹ ਵੀ ਮੈਂ ਦੱਸਦਾ ਕਿ ਸੋਲਿਸਿਟਰ ਜਨਰਲ ਹੁੰਦਾ ਕੀ ਹੈ। ਕੀ ਹੁੰਦਾ ਹੈ ਕਿ ਅਟਾਰਨੀ ਜਨਰਲ ਤੋਂ ਇਲਾਵਾ ਭਾਰਤ ਦੇ ਸਰਕਾਰ ਵਿੱਚ ਹੋਰ ਵੀ ਕਾਨੂੰਨ ਅਧਿਕਾਰੀ ਹੁੰਦੇ ਆ, ਜਿਨ੍ਹਾਂ ਨੂੰ ਸੋਲਿਸਿਟਰ ਜਨਰਲ ਕਿਹਾ ਜਾਂਦਾ ਹੈ, ਔਰ ਇਹਨਾਂ ਨੂੰ ਮਹਾਅਧਿਵਕਤਾ ਕਿਹਾ ਜਾਂਦਾ ਹੈ। ਜਿਵੇਂ ਸਟੇਟ ਦੇ ਵਿੱਚ ਹੁੰਦੇ ਆ ਐਡਵੋਕੇਟ ਜਨਰਲ, ਉਵੇਂ ਹੀ ਭਾਰਤ ਦੇ ਵਿੱਚ ਇਹਨਾਂ ਨੂੰ ਸੋਲਿਸਿਟਰ ਜਨਰਲ ਕਿਹਾ ਜਾਂਦਾ ਹੈ। ਇੱਕ ਨਾਲ ਹੀ ਹੁੰਦੇ ਆ ਅਪਰ ਮਹਾਅਧਿਵਕਤਾ। ਠੀਕ ਹੈ, ਸਬ ਸੋਲਿਸਿਟਰ ਜਨਰਲ ਜਿਨ੍ਹਾਂ ਨੂੰ ਕਹਿ ਸਕਦੇ ਆ। ਇਹਨਾਂ ਦੀ ਜ਼ਿੰਮੇਵਾਰੀ ਸਿਰਫ ਇਹ ਹੈ ਕਿ ਅਟਾਰਨੀ ਜਨਰਲ ਦੇ ਕੰਮ ਵਿੱਚ ਮਦਦ ਕਰਦੇ ਆ। ਠੀਕ ਹੈ, 2 ਸੋਲਿਸਿਟਰ ਜਨਰਲ ਹੁੰਦੇ ਆ ਤੇ 4 ਅਪਰ ਮਹਾਅਧਿਵਕਤਾ ਹੁੰਦੇ ਆ ਸੈਂਟਰ ਦੇ ਵਿੱਚ। ਇਹਨਾਂ ਦੇ ਪਦ ਦਾ ਉਲੇਖ ਸੰਵਿਧਾਨ ਦੇ ਵਿੱਚ ਨਹੀਂ ਕੀਤਾ ਗਿਆ, ਇਹ ਸਿਰਫ ਸਹਾਇਤਾ ਲਈ ਰੱਖੇ ਹੋਏ ਆ। ਅਟਾਰਨੀ ਜਨਰਲ ਦੇ ਪਦ ਦਾ ਉਲੇਖ ਜੋ ਹੈ ਆਰਟੀਕਲ 76 ਦੇ ਵਿੱਚ ਕੀਤਾ ਗਿਆ। ਇੱਕ ਦਾ ਨਾਮ ਹੈ ਤੁਸ਼ਾਰ ਮਹਿਤਾ, ਔਰ ਬਾਕੀ ਦਾ ਪਤਾ ਨਹੀਂ, ਕਿਉਂਕਿ ਤੁਸ਼ਾਰ ਮਹਿਤਾ ਹੀ ਕਾਫੀ ਸਾਰੀ ਨਿਊਜ਼ ਦੇ ਵਿੱਚ ਚਰਚਾ 'ਚ ਰਹਿੰਦੇ ਆ, ਬਾਕੀ ਨਹੀਂ ਦੇਖੇ ਕੌਣ ਕੌਣ ਆ। ਸੋਲਿਸਿਟਰ ਜਨਰਲ ਵਾਲੇ ਵੈਸੇ ਪੁੱਛਿਆ ਨਹੀਂ ਜਾਂਦਾ। ਹਾਂਜੀ ਮੰਜੂ। ਅਤੁਲ, ਕੀ ਨਾਮ ਦੱਸਿਆ? ਅਤੁਲ? ਅਤੁਲ ਨੰਦਾ, ਓਕੇ। ਪੰਜਾਬ ਦੇ ਜੋ ਐਡਵੋਕੇਟ ਜਨਰਲ ਆ ਉਹ ਅਤੁਲ ਨੰਦਾ ਨੇ। ਠੀਕ ਹੈ, ਹੋਰ ਕਿਸੇ ਦਾ ਕੋਈ ਕੁਐਸਚਨ ਹੈ? ਫਿਰ ਮੈਂ ਕੁਐਸਚਨ ਕਰਾਂ, ਨਹੀਂ ਤਾਂ ਜੋ ਅਟਾਰਨੀ ਜਨਰਲ ਔਰ ਐਡਵੋਕੇਟ ਜਨਰਲ ਆਪਾਂ ਟੌਪਿਕ ਕੀਤਾ, ਉਹਦੇ ਉੱਪਰ ਕੁਐਸਚਨ ਵੀ ਬਣਾਏ ਸੀ ਮੈਂ। ਪੁੱਛਾਂ ਫਿਰ? ਓਕੇ, ਚੈਟ ਬਾਕਸ ਦੇ ਵਿੱਚ ਹੀ ਆਨਸਰ ਕਰਿਓ ਤੁਸੀਂ। ਫਰਸਟ ਕੁਐਸਚਨ ਹੈ, ਸੰਵਿਧਾਨ ਦੇ ਕਿਸ ਭਾਗ ਵਿੱਚ ਅਟਾਰਨੀ ਜਨਰਲ ਦੇ ਪਦ ਦੀ ਵਿਵਸਥਾ ਕੀਤੀ ਗਈ ਹੈ? ਆਪਸ਼ਨ ਏ ਹੈ ਭਾਗ 5, ਆਪਸ਼ਨ ਬੀ ਹੈ ਭਾਗ 7, ਆਪਸ਼ਨ ਸੀ ਹੈ ਭਾਗ 6, ਆਪਸ਼ਨ ਡੀ ਹੈ ਭਾਗ 10। ਰਿਪੀਟ ਕਰ ਰਿਹਾ, ਸੰਵਿਧਾਨ ਦੇ ਕਿਸ ਭਾਗ ਵਿੱਚ ਅਟਾਰਨੀ ਜਨਰਲ ਦੇ ਪਦ ਦੀ ਵਿਵਸਥਾ ਕੀਤੀ ਗਈ ਹੈ? ਸੋ ਇਸ ਦਾ ਰਾਈਟ ਆਨਸਰ ਹੈ ਭਾਗ 5। ਠੀਕ ਹੈ, ਸੈਕਿੰਡ ਕੁਐਸਚਨ ਹੈ, ਕਿਸ ਧਾਰਾ ਮਤਲਬ ਕਿਸ ਆਰਟੀਕਲ ਵਿੱਚ ਅਟਾਰਨੀ ਜਨਰਲ ਦੇ ਪਦ ਦੀ ਵਿਵਸਥਾ ਕੀਤੀ ਗਈ ਹੈ? ਆਰਟੀਕਲ 165, ਆਰਟੀਕਲ 65, ਆਰਟੀਕਲ 176 ਔਰ ਆਰਟੀਕਲ 76। ਅਟਾਰਨੀ ਜਨਰਲ ਦੀ ਗੱਲ ਕਰ ਰਿਹਾ ਮੈਂ, ਐਡਵੋਕੇਟ ਜਨਰਲ ਦੀ ਨਹੀਂ ਕਰ ਰਿਹਾ। ਸੋ ਇਸ ਦਾ ਰਾਈਟ ਆਨਸਰ ਹੈ ਆਰਟੀਕਲ 76, ਆਰਟੀਕਲ 76 ਦੇ ਵਿੱਚ। ਠੀਕ ਹੈ, ਨੈਕਸਟ ਕੁਐਸਚਨ ਹੈ, ਅਟਾਰਨੀ ਜਨਰਲ ਦੀ ਨਿਯੁਕਤੀ ਕੌਣ ਕਰਦਾ ਹੈ? ਆਪਸ਼ਨ ਏ ਹੈ ਪ੍ਰਧਾਨ ਮੰਤਰੀ, ਆਪਸ਼ਨ ਬੀ ਹੈ ਸੰਸਦ ਮਤਲਬ ਪਾਰਲੀਮੈਂਟ, ਆਪਸ਼ਨ ਸੀ ਹੈ ਮੰਤਰੀ ਪਰਿਸ਼ਦ, ਆਪਸ਼ਨ ਡੀ ਹੈ ਰਾਸ਼ਟਰਪਤੀ। ਸੋ ਰਾਸ਼ਟਰਪਤੀ ਦੀ ਨਿਯੁਕਤੀ ਕਰਦਾ ਹੈ। ਹੁਣ ਆ ਕੁਐਸਚਨ ਵਿੱਚ ਕਨਫਿਊਜ਼ ਨਾ ਹੋਇਓ, ਨੈਕਸਟ ਕੁਐਸਚਨ ਜੋ ਮੈਂ ਪੁੱਛਣ ਜਾ ਰਿਹਾ, ਰਾਸ਼ਟਰਪਤੀ ਕਿਸ ਦੀ ਸਲਾਹ ਨਾਲ ਅਟਾਰਨੀ ਜਨਰਲ ਦੀ ਨਿਯੁਕਤੀ ਕਰਦਾ ਹੈ? ਆਪਸ਼ਨ ਏ ਹੈ ਸੰਸਦ ਮਤਲਬ ਪਾਰਲੀਮੈਂਟ, ਆਪਸ਼ਨ ਬੀ ਹੈ ਪ੍ਰਧਾਨ ਮੰਤਰੀ, ਆਪਸ਼ਨ ਸੀ ਹੈ ਸਵੈ ਵਿਵੇਕ ਦੇ ਅਧਿਕਾਰ ਨਾਲ, ਆਪਸ਼ਨ ਡੀ ਹੈ ਮੰਤਰੀ ਪਰਿਸ਼ਦ ਦੀ ਸਲਾਹ ਨਾਲ। ਮਮਤਾ ਗਲੋਤਰਾ ਕਹਿ ਰਿਹਾ ਪ੍ਰਧਾਨ ਮੰਤਰੀ, ਜਸਪ੍ਰੀਤ ਕੌਰ ਕਹਿ ਰਿਹਾ ਪਾਰਲੀਮੈਂਟ, ਪੀਐਮ ਪਾਰਲੀਮੈਂਟ। ਸੋ ਕਿਸੇ ਦਾ ਵੀ ਰਾਈਟ ਆਨਸਰ ਨਹੀਂ ਹੈ। ਜੋ ਅਟਾਰਨੀ ਜਨਰਲ ਦੀ ਰਾਸ਼ਟਰਪਤੀ ਨਿਯੁਕਤੀ ਕਰਦਾ ਹੈ, ਉਹ ਮੰਤਰੀ ਪਰਿਸ਼ਦ ਦੀ ਸਲਾਹ ਨਾਲ ਕਰਦਾ ਹੈ। ਜਿੰਨੀਆਂ ਵੀ ਸੈਂਟਰ ਦੇ ਵਿੱਚ ਨਿਯੁਕਤੀਆਂ ਹੁੰਦੀਆਂ ਉਹ ਸਪੈਸ਼ਲੀ ਬੇਸ਼ੱਕ ਰਾਸ਼ਟਰਪਤੀ ਦੁਆਰਾ ਹੁੰਦੀਆਂ, ਲੇਕਿਨ ਉਹਨਾਂ ਦੀ ਸਲਾਹ ਕੌਣ ਕਰਦਾ ਹੈ? ਮੰਤਰੀ ਪਰਿਸ਼ਦ। ਇਵੇਂ ਸਟੇਟ ਦੇ ਵਿੱਚ ਜਿੰਨੀਆਂ ਵੀ ਨਿਯੁਕਤੀਆਂ ਹੁੰਦੀਆਂ ਉਹਨਾਂ ਦੀ ਸਲਾਹ ਮੰਤਰੀ ਪਰਿਸ਼ਦ ਕਰਦੀ ਹੈ, ਰਾਜਪਾਲ ਦੁਆਰਾ ਹੁੰਦੀਆਂ ਨੇ। ਅਗਰ ਹੁੰਦੀ ਬਾਰੇ ਪੁੱਛ ਲਿਆ ਜਾਏ ਕਿ ਕੌਣ ਨਿਯੁਕਤੀ ਕਰਦਾ ਤਾਂ ਰਾਸ਼ਟਰਪਤੀ ਕਰਦਾ ਹੈ।
ਅਗਰ ਸਲਾਹ ਬਾਰੇ ਪੁੱਛਿਆ ਜਾਏ ਤਾਂ ਸਲਾਹ ਮੰਤਰੀ ਪਰਿਸ਼ਦ ਦਿੰਦੀ ਹੈ। ਉਹ ਸੈਂਟਰ ਦੀ ਵੀ ਹੋ ਸਕਦੀ ਹੈ, ਸਟੇਟ ਦੀ ਵੀ। ਅਗਰ ਸੈਂਟਰ ਦਾ ਕੁਐਸਚਨ ਹੈ ਤਾਂ ਸੈਂਟਰ ਦੀ ਮੰਤਰੀ ਪਰਿਸ਼ਦ। ਠੀਕ ਹੈ। ਨੈਕਸਟ ਕੁਐਸਚਨ ਹੈ, ਅਟਾਰਨੀ ਜਨਰਲ ਦੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ। ਆਪਸ਼ਨ ਏ ਹੈ ਸੰਸਦ ਦੇ ਮੈਂਬਰ ਬਣਨ ਦੀਆਂ, ਆਪਸ਼ਨ ਬੀ ਹੈ ਹਾਈ ਕੋਰਟ ਦੇ ਜੱਜ ਬਣਨ ਦੀਆਂ, ਆਪਸ਼ਨ ਸੀ ਹੈ ਵਿਧਾਨ ਸਭਾ ਦੇ ਮੈਂਬਰ ਬਣਨ ਦੀਆਂ, ਆਪਸ਼ਨ ਡੀ ਹੈ ਸੁਪਰੀਮ ਕੋਰਟ ਦੇ ਜੱਜ ਬਣਨ ਦੀਆਂ। ਜੋ ਅਟਾਰਨੀ ਜਨਰਲ ਦੇ ਵਿੱਚ ਯੋਗਤਾਵਾਂ ਹੋਣੀਆਂ ਚਾਹੀਦੀਆਂ, ਐਬਿਲਿਟੀਜ਼ ਹੋਣੀਆਂ ਚਾਹੀਦੀਆਂ, ਉਹ ਕੀ ਹੋਣੀਆਂ ਚਾਹੀਦੀਆਂ? ਸੋ ਰਾਈਟ ਆਨਸਰ ਹੈ ਸੁਪਰੀਮ ਕੋਰਟ ਦੇ ਜੱਜ ਬਣਨ ਦੀਆਂ ਯੋਗਤਾਵਾਂ ਹੋਣੀ ਚਾਹੀਦੀਆਂ। ਸੁਪਰੀਮ ਕੋਰਟ ਦੇ ਜੱਜ ਲਈ ਕੀ ਯੋਗਤਾਵਾਂ ਹੁੰਦੀਆਂ ਨੇ? ਇੱਕ ਤਾਂ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ, ਦੂਜਾ ਉਹਨੂੰ ਕਿਸੇ ਵੀ ਹਾਈ ਕੋਰਟ ਦੇ ਵਿੱਚ 5 ਸਾਲ ਦਾ ਜੱਜ ਬਣਿਆ ਹੋਣਾ ਚਾਹੀਦਾ ਹੈ, ਜਾਂ ਕਿਸੇ ਹਾਈ ਕੋਰਟ ਦੇ ਵਿੱਚ 10 ਸਾਲ ਦੀ ਵਕਾਲਤ ਕੀਤੀ ਹੋਣੀ ਚਾਹੀਦੀ ਹੈ। ਨਾਲ ਹੀ ਇਹ ਬਣਦਾ ਹੈ ਕਿ ਰਾਸ਼ਟਰਪਤੀ ਦੀ ਨਜ਼ਰ ਦੇ ਵਿੱਚ ਉਹ ਕਾਨੂੰਨ ਦੇ ਵਿਸ਼ੇਸ਼ज्ञ ਹੋਣਾ ਚਾਹੀਦਾ ਸੁਪਰੀਮ ਕੋਰਟ ਲਈ, ਨਾ ਕਿ ਹਾਈ ਕੋਰਟ ਦੇ ਲਈ। ਨੈਕਸਟ ਕੁਐਸਚਨ ਹੈ, ਅਟਾਰਨੀ ਜਨਰਲ ਦੇ ਵੇਤਨ ਅਤੇ ਭੱਤੇ ਕੌਣ ਤੈਅ ਕਰਦਾ ਹੈ? ਆਪਸ਼ਨ ਏ ਹੈ ਰਾਜਪਾਲ, ਆਪਸ਼ਨ ਬੀ ਹੈ ਰਾਸ਼ਟਰਪਤੀ, ਆਪਸ਼ਨ ਸੀ ਹੈ ਪ੍ਰਧਾਨ ਮੰਤਰੀ, ਆਪਸ਼ਨ ਡੀ ਹੈ ਇਹਨਾਂ ਵਿੱਚੋਂ ਕੋਈ ਵੀ ਨਹੀਂ। ਸੋ ਇਸ ਦੇ ਵੇਤਨ ਅਤੇ ਭੱਤੇ ਜੋ ਹੈ ਰਾਸ਼ਟਰਪਤੀ ਤੈਅ ਕਰਦਾ ਹੈ। ਵੇਤਨ ਅਤੇ ਭੱਤੇ ਕਿੰਨੇ ਹੁੰਦੇ ਆ? ਉਹ ਸੰਸਦ ਦੇ ਮੈਂਬਰ ਜਿੰਨੇ ਹੁੰਦੇ ਆ। ਠੀਕ ਹੈ। ਅਟਾਰਨੀ ਜਨਰਲ ਦਾ ਕਾਰਜਕਾਲ, ਨੈਕਸਟ ਕੁਐਸਚਨ ਹੈ, ਨਿਸ਼ਚਿਤ ਹੈ? ਬੀ ਆਪਸ਼ਨ ਹੈ ਅਨਿਸ਼ਚਿਤ ਹੈ, ਸੀ ਆਪਸ਼ਨ ਹੈ 5 ਸਾਲ, ਡੀ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਵੀ ਨਹੀਂ। ਅਟਾਰਨੀ ਜਨਰਲ ਦਾ ਜੋ ਕਾਰਜਕਾਲ ਹੈ ਉਹ ਅਨਿਸ਼ਚਿਤ ਹੈ। ਠੀਕ ਹੈ। ਇਹ ਨਹੀਂ ਹੈ ਕਿ 5 ਸਾਲ ਹੈ ਜਾਂ ਹੋਏਗਾ ਜਾਂ 6 ਸਾਲ ਹੈ, ਜਿਵੇਂ ਇਲੈਕਸ਼ਨ ਕਮਿਸ਼ਨ ਲਈ 6 ਸਾਲ ਨਿਰਧਾਰਿਤ ਕੀਤਾ ਗਿਆ, ਨਾਲ ਏਜ ਲਿਮਿਟ ਰੱਖੀ ਹੈ 65 ਸਾਲ ਦੀ। ਸੋ ਅਟਾਰਨੀ ਜਨਰਲ ਲਈ ਇਹੋ ਜੀ ਕੋਈ ਏਜ ਲਿਮਿਟ ਨਹੀਂ ਰੱਖੀ ਹੋਈ ਹੈ। ਨੈਕਸਟ ਕੁਐਸਚਨ ਹੈ, ਅਟਾਰਨੀ ਜਨਰਲ ਨੂੰ ਕੌਣ ਹਟਾ ਸਕਦਾ ਹੈ? ਆਪਸ਼ਨ ਏ ਹੈ ਪ੍ਰਧਾਨ ਮੰਤਰੀ, ਆਪਸ਼ਨ ਬੀ ਹੈ ਮੰਤਰੀ ਪਰਿਸ਼ਦ, ਆਪਸ਼ਨ ਸੀ ਹੈ ਸੰਸਦ, ਆਪਸ਼ਨ ਡੀ ਹੈ ਰਾਸ਼ਟਰਪਤੀ। ਅਟਾਰਨੀ ਜਨਰਲ ਨੂੰ ਕੌਣ ਹਟਾ ਸਕਦਾ ਹੈ? ਪ੍ਰਧਾਨ ਮੰਤਰੀ, ਮੰਤਰੀ ਪਰਿਸ਼ਦ, ਸੰਸਦ, ਰਾਸ਼ਟਰਪਤੀ। ਸੋ ਰਾਈਟ ਆਨਸਰ ਹੈ ਜੋ ਇਹਦਾ ਹੈ ਰਾਸ਼ਟਰਪਤੀ। ਕੌਣ ਹਟਾ ਸਕਦਾ ਹੈ ਗੱਲ ਕਰ ਰਿਹਾ ਹੈ, ਕਿੰਦੀ ਸਲਾਹ ਨਾਲ ਹਟਾ ਸਕਦਾ? ਉਹ ਮੰਤਰੀ ਪਰਿਸ਼ਦ ਦੀ ਸਲਾਹ ਨਾਲ ਹਟਾਏਗਾ। ਰਾਸ਼ਟਰਪਤੀ ਆਪਣੀ ਇੱਛਾ ਨਾਲ ਨਹੀਂ ਹਟਾਏਗਾ, ਕਿਉਂਕਿ ਸਲਾਹ ਜੋ ਹੈ ਸਰਕਾਰ ਦਿੰਦੀ ਹੈ ਕਿ ਇਸ ਨੂੰ ਬਣਾਉਣਾ ਹੈ, ਤਾਂ ਇਸ ਨੂੰ ਹਟਾਉਣ ਦੀ ਸਲਾਹ ਵੀ ਜੋ ਹੈ ਉਹ ਸਰਕਾਰ ਜਾਂ ਮੰਤਰੀ ਪਰਿਸ਼ਦ ਹੀ ਦੇਗੀ। ਠੀਕ ਹੈ। ਕੀ ਅਟਾਰਨੀ ਜਨਰਲ ਕੈਬਨਿਟ ਦਾ ਮੈਂਬਰ ਹੁੰਦਾ ਹੈ? ਆਪਸ਼ਨ ਏ ਹੈ ਹਾਂ, ਆਪਸ਼ਨ ਬੀ ਹੈ ਨਹੀਂ, ਆਪਸ਼ਨ ਸੀ ਹੈ ਕਦੇ ਕਦੇ ਹੁੰਦਾ, ਕਦੇ ਕਦੇ ਨਹੀਂ ਹੁੰਦਾ, ਆਪਸ਼ਨ ਡੀ ਹੈ ਕੋਈ ਨਹੀਂ ਹੈ ਇਹਨਾਂ ਵਿੱਚੋਂ। ਅਟਾਰਨੀ ਜਨਰਲ ਜੋ ਹੈ ਕੈਬਨਿਟ ਦਾ ਮੈਂਬਰ ਨਹੀਂ ਹੁੰਦਾ, ਕਿਉਂਕਿ ਬਿਕੋਜ਼ ਕੈਬਨਿਟ ਦੇ ਵਿੱਚ ਇੱਕ ਲਾਅ ਮਿਨਿਸਟਰ ਹੁੰਦਾ। ਠੀਕ ਹੈ। ਨੈਕਸਟ ਕੁਐਸਚਨ ਹੈ, ਕੀ ਅਟਾਰਨੀ ਜਨਰਲ ਨੂੰ ਨਿੱਜੀ ਕਾਨੂੰਨੀ ਕਾਰਵਾਈ ਤੋਂ ਰੋਕ ਸਕਦੇ ਹਾਂ? ਆਪਸ਼ਨ ਏ ਹੈ ਨਹੀਂ, ਆਪਸ਼ਨ ਬੀ ਹੈ ਹਾਂ, ਆਪਸ਼ਨ ਸੀ ਹੈ ਕਦੇ ਕਦੇ ਰੋਕ ਸਕਦੇ ਹਾਂ, ਕਦੇ ਕਦੇ ਨਹੀਂ ਰੋਕ ਸਕਦੇ, ਆਪਸ਼ਨ ਡੀ ਹੈ ਕਦੇ ਵੀ ਨਹੀਂ ਰੋਕ ਸਕਦੇ। ਸੋ ਅਟਾਰਨੀ ਜਨਰਲ ਨੂੰ ਨਿੱਜੀ ਕਾਨੂੰਨੀ ਕਾਰਵਾਈ ਤੋਂ ਨਹੀਂ ਰੋਕਿਆ ਜਾ ਸਕਦਾ। ਸੋ ਇਸ ਦਾ ਰਾਈਟ ਆਨਸਰ ਹੈ ਨਹੀਂ ਰੋਕਿਆ ਜਾ ਸਕਦਾ। ਲੇਕਿਨ ਹਾਂ, ਅਗਰ ਕੋਈ ਅਪਰਾਧਿਕ ਮਾਮਲੇ ਦੀ ਸੁਣਵਾਈ ਕਰ ਰਿਹਾ ਤਾਂ ਉਸ ਨੂੰ ਭਾਰਤ ਸਰਕਾਰ ਤੋਂ ਪਹਿਲਾਂ ਇਜਾਜ਼ਤ ਲੈਣੀ ਪਏਗੀ, ਪਰਮਿਸ਼ਨ ਲੈਣੀ ਪਏਗੀ ਮਤਲਬ। ਠੀਕ ਹੈ। ਕਿੰਨੇ ਆਨਸਰ ਰਾਈਟ ਗਏ ਆ ਤੁਹਾਡੇ? 10 ਕੁਐਸਚਨ ਸੀ। 10 ਵਿੱਚੋਂ 10 ਕਿੰਦੇ ਰਾਈਟ ਹੋਏ ਆ? ਚੈਟ 'ਚ ਨਾ ਬੋਲੋ, ਹੁਣ ਤਾਂ ਅਨਮਿਊਟ ਕਰ ਸਕਦੇ ਹੋ ਤੁਸੀਂ। ਟਾਈਪ ਕਰੇ ਨੇ। ਹਰਦੀਪ ਸਿੰਘ ਦੇ 7 ਗਏ ਆ, ਮੰਜੂ ਦੇ ਗਏ ਆ 9, ਬੈਸਟ ਅਜੇ ਤੱਕ 9 ਹੀ ਆ। ਹੋਰ ਕਿਸੇ ਦੇ 9 ਗਏ ਆ? ਮਤਲਬ ਅੱਜ ਦਾ ਹੀ ਜੋ ਲੈਕਚਰ ਸੀ ਉਸ ਨੂੰ ਵੀ ਤੁਸੀਂ ਕਲੈਰਿਟੀ ਨਾਲ ਨਹੀਂ ਸਮਝਿਆ। ਸੋ ਇੱਥੋਂ ਪਤਾ। ਓਕੇ ਓਕੇ। ਮਨਜੋਤ ਭਗਤ 7, ਜਿਨ੍ਹਾਂ ਦੇ 6-7 ਗਏ ਆ ਉਹਨਾਂ ਲਈ ਤਾਂ ਅਜੇ ਫਿਰ ਵੀ ਠੀਕ ਆ, ਬਾਕੀ ਜਿਨ੍ਹਾਂ ਦੇ 9 ਗਏ ਆ ਉਹਨਾਂ ਲਈ ਤਾਂ ਬੈਸਟ ਆ। ਓਕੇ, ਕਰੀਏ ਫਿਰ ਨੈਕਸਟ ਇਲੈਕਸ਼ਨ ਕਮਿਸ਼ਨ। ਓਕੇ, ਹੁਣ ਆਪਾਂ ਗੱਲ ਕਰਦੇ ਹਾਂ ਇਲੈਕਸ਼ਨ ਕਮਿਸ਼ਨ ਦੀ। ਇਲੈਕਸ਼ਨ ਕਮਿਸ਼ਨ ਹੈ ਕੀ ਔਰ ਇਸ ਦੀ ਵਿਵਸਥਾ ਕਿੱਥੇ ਕੀਤੀ ਗਈ ਹੈ, ਉਸ ਬਾਰੇ ਗੱਲ ਕਰ ਲਈਏ। ਇਲੈਕਸ਼ਨ ਕਮਿਸ਼ਨ ਇੱਕ ਸਥਾਈ ਤੇ ਸੁਤੰਤਰ ਸੰਸਥਾ ਹੈ। ਠੀਕ ਹੈ। ਮਤਲਬ ਇਹਦੀ ਮੂਲ ਸੰਵਿਧਾਨ ਦੇ ਵਿੱਚ ਹੀ ਵਿਵਸਥਾ ਕੀਤੀ ਗਈ ਸੀ ਕਿ ਇਹ ਇੱਕ ਸਥਾਈ ਹੋਏਗੀ ਤੇ ਸੁਤੰਤਰ ਹੋਏਗੀ, ਇੰਡੀਪੈਂਡੈਂਟ ਹੋਏਗੀ।
ਮਤਲਬ ਇਹ ਕਿਸੇ ਸਰਕਾਰ ਦੇ ਅਧੀਨ ਨਹੀਂ ਰਹਿ ਕੇ ਕੰਮ ਕਰੇਗੀ, ਜਿਵੇਂ ਸੁਪਰੀਮ ਕੋਰਟ ਸਰਕਾਰ ਦੇ ਅਧੀਨ ਰਹਿ ਕੇ ਨਹੀਂ ਕੰਮ ਕਰਦਾ, ਔਰ ਨਾ ਹੀ ਕੈਗ ਜੋ ਹੈ ਕੰਟਰੋਲਰ ਆਡੀਟਰ ਜਨਰਲ ਜੋ ਹੈ ਉਹ ਵੀ ਜੋ ਹੈ ਇੱਕ ਸੁਤੰਤਰ ਸੰਸਥਾ ਹੈ। ਠੀਕ ਹੈ, ਇਸ ਦਾ ਉਦੇਸ਼ ਕੀ ਹੈ? ਦੇਸ਼ ਦੇ ਵਿੱਚ ਸੁਤੰਤਰ ਅਤੇ ਨਿਰਪੱਖ ਚੁਣਾਵ ਕਰਾਉਣਾ ਦੇਸ਼ ਦੇ ਵਿੱਚ। ਠੀਕ ਹੈ, ਕਿਸ ਜਗ੍ਹਾ ਤੇ ਵਿਵਸਥਾ ਕੀਤੀ ਗਈ ਹੈ? ਸੰਵਿਧਾਨਿਕ ਵਿਵਸਥਾ ਦੀ ਗੱਲ ਕਰੀਏ ਤਾਂ ਇਲੈਕਸ਼ਨ ਕਮਿਸ਼ਨ ਦੇ ਲਈ ਆਰਟੀਕਲ 324 324 ਜੋ ਆਰਟੀਕਲ ਹੈ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਜੋ ਇਲੈਕਸ਼ਨ ਕਮਿਸ਼ਨ ਹੈ ਉਹ ਪਾਰਲੀਮੈਂਟ ਲਈ, ਵਿਧਾਨ ਸਭਾ ਲਈ, ਮਤਲਬ ਵਿਧਾਨ ਮੰਡਲ ਦੇ ਦੋਨੋਂ ਸਦਨ ਹੀ ਆ ਜਾਣਗੇ। ਠੀਕ ਹੈ, ਵਿਧਾਨ ਸਭਾ ਔਰ ਵਿਧਾਨ ਪਰਿਸ਼ਦ ਲਈ, ਜਿਵੇਂ ਸੰਸਦ ਦੇ ਲੋਕ ਸਭਾ ਔਰ ਰਾਜ ਸਭਾ ਆ ਜਾਂਦੇ ਆ। ਰਾਸ਼ਟਰਪਤੀ ਲਈ, ਉਪ ਰਾਸ਼ਟਰਪਤੀ ਦੇ ਪਦਾਂ ਲਈ ਚੁਣਾਵ ਜੋ ਹੈ ਕਰਾਉਂਦਾ ਉਹ ਇਲੈਕਸ਼ਨ ਕਮਿਸ਼ਨ ਕਰਾਉਂਦਾ ਹੈ, ਤੇ ਚੁਣਾਵ ਸੰਬੰਧੀ ਜੋ ਵੀ ਹਰੇਕ ਨਿਰਣਾ ਹੋਏਗਾ ਉਹ ਚੁਣਾਵ ਕਮਿਸ਼ਨ ਦਾ ਫਾਈਨਲ ਹੋਏਗਾ। ਠੀਕ ਹੈ, ਚੁਣਾਵ ਆਯੋਗ ਕੀ ਹੈ? ਇੱਕ ਅਖਿਲ ਭਾਰਤੀ ਸੰਸਥਾ ਹੈ। ਮਤਲਬ ਇਹ ਜੋ ਹੈ ਦੇਸ਼ ਦੀ ਹਰੇਕ ਸਟੇਟ ਲਈ, ਹਰੇਕ ਯੂਨੀਅਨ ਟੈਰੀਟਰੀ ਲਈ ਔਰ ਸੈਂਟਰ ਗਵਰਨਮੈਂਟ ਲਈ ਸਮਾਨ ਹੈ, ਕਿਉਂਕਿ ਇਹ ਪਾਰਲੀਮੈਂਟ ਦੇ ਇਲੈਕਸ਼ਨ ਵੀ ਕਰਾ ਰਹੀ ਹੈ, ਉਹ ਸਟੇਟ ਦੇ ਵਿੱਚ ਵਿਧਾਨ ਸਭਾ ਵਿਧਾਨ ਮੰਡਲ ਦੇ ਦੋਵਾਂ ਦੇ ਇਲੈਕਸ਼ਨ ਕਰਾ ਰਹੀ ਹੈ। ਠੀਕ ਹੈ, ਵਿਧਾਨ ਪਰਿਸ਼ਦ ਦੇ ਸੋਰੀ। ਠੀਕ ਹੈ, ਸੋ ਇਹ ਦੋਵਾਂ ਲਈ ਬਰਾਬਰ ਹੈ। ਨਾਲ ਹੀ ਇਸ ਦੇ ਮੈਂਬਰਾਂ ਦੀ ਗੱਲ ਕਰੀਏ ਤਾਂ ਇਸ ਦੇ ਹੁਣ ਮੈਂਬਰ ਜੋ ਆ ਉਹ 3 ਆ, ਇਸ ਲਈ ਇਸ ਨੂੰ ਬਹੁ ਮੈਂਬਰੀ ਜੋ ਹੈ ਸੰਸਥਾ ਕਿਹਾ ਜਾਂਦਾ ਹੈ। ਲੇਕਿਨ ਅਗਰ ਆਪਾਂ ਮੂਲ ਸੰਵਿਧਾਨ ਦੇ ਵਿੱਚ ਇਸ ਦੀ ਵਿਵਸਥਾ ਦੇਖੀਏ ਤਾਂ ਮੂਲ ਸੰਵਿਧਾਨ ਦੇ ਵਿੱਚ ਇੱਕ ਮੈਂਬਰ ਸੀ ਸਿਰਫ। ਠੀਕ ਹੈ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇੱਕ ਹੀ ਸੀ ਉਦੋਂ, ਲੇਕਿਨ ਇਸ ਦੀ ਵਿਵਸਥਾ ਜੋ ਹੈ ਬਾਅਦ ਚ ਬਦਲ ਦਿੱਤੀ ਗਈ ਜਦੋਂ ਏਜ ਲਿਮਿਟ ਘਟਾਈ ਗਈ ਵੋਟਿੰਗ ਦੀ 18 ਤੋਂ 21 ਤੋਂ 18 ਸਾਲ ਕੀਤੀ ਗਈ 61ਵੀਂ ਸੋਧ ਦੇ ਵਿੱਚ। ਉਦੋਂ ਹੀ ਰਾਸ਼ਟਰਪਤੀ ਨੇ ਕੀ ਕੀਤਾ ਕਿ 2 ਹੋਰ ਚੁਣਾਵ ਅਧਿਕਾਰੀਆਂ ਨੂੰ ਨਾਲ ਨਿਯੁਕਤੀ ਕਰ ਦਿੱਤੀ ਗਈ, ਮਤਲਬ ਉਦੋਂ 3 ਮੈਂਬਰੀ ਹੋ ਗਈ ਹੈ। ਉਸ ਤੋਂ ਬਾਅਦ ਕੀ ਹੋਇਆ ਕਿ ਬਹੁ ਮੈਂਬਰੀ ਸੰਸਥਾ ਬਣ ਗਿਆ, ਲੇਕਿਨ 1990 ਦੇ ਵਿੱਚ ਕੀ ਹੋਇਆ ਕਿ 2 ਹੋਰ ਜੋ ਚੁਣਾਵ ਅਧਿਕਾਰੀ ਰੱਖੇ ਸੀ ਉਹਨਾਂ ਨੂੰ ਪਦ ਤੋਂ ਹਟਾ ਦਿੱਤਾ ਗਿਆ। ਉਸ ਤੋਂ ਬਾਅਦ ਕੀ ਹੋਇਆ ਕਿ ਅਕਤੂਬਰ 1993 ਦੇ ਵਿੱਚ ਫਿਰ ਜੋ ਹੈ 2 ਮੈਂਬਰ ਫਿਰ ਹੋਰ ਰੱਖੇ ਗਏ, ਫਿਰ ਤੋਂ ਉਦੋਂ ਤੋਂ ਲੈ ਕੇ ਹੁਣ ਤੱਕ ਜੋ ਹੈ ਇਹ ਬਹੁ ਮੈਂਬਰੀ ਸੰਸਥਾ ਹੈ। ਠੀਕ ਹੈ, ਇਹਨਾਂ ਦੀ ਨਿਯੁਕਤੀ ਜੋ ਹੁੰਦੀ ਹੈ ਉਹ ਰਾਸ਼ਟਰਪਤੀ ਦੁਆਰਾ ਹੁੰਦੀ ਹੈ ਔਰ ਮੰਤਰੀ ਪਰਿਸ਼ਦ ਦੀ ਸਲਾਹ ਨਾਲ ਹੁੰਦੀ ਹੈ। ਠੀਕ ਹੈ, ਇਹਨਾਂ ਦਾ ਕਾਰਜਕਾਲ ਜੋ ਹੈ 6 ਸਾਲ ਤੋਂ ਲੈ ਕੇ 65 ਸਾਲ ਦੀ 6 ਸਾਲ ਜਾਂ 65 ਸਾਲ ਦੀ ਉਮਰ ਜੋ ਵੀ ਪਹਿਲਾਂ ਹੋਏ ਉਦੋਂ ਤੱਕ ਹੀ ਕੰਮ ਕਰ ਸਕਦੇ ਆ, ਔਰ ਇਹ ਤਿਆਗ ਪੱਤਰ ਕਿਹਨੂੰ ਦਿੰਦੇ ਆ? ਰਾਸ਼ਟਰਪਤੀ ਨੂੰ। ਠੀਕ ਹੈ, ਅਗਰ ਇਹਨਾਂ ਨੂੰ ਹਟਾਉਣਾ ਹੈ ਤਾਂ ਸੰਸਦ ਦੇ ਦੋਵਾਂ ਸਦਨਾਂ ਵਿੱਚ ਵਿਸ਼ੇਸ਼ ਬਹੁਮਤ ਦੀ ਜ਼ਰੂਰਤ ਹੁੰਦੀ ਹੈ, ਜਿਵੇਂ ਅਮੈਂਡਮੈਂਟ ਬਿੱਲ ਦੇ ਵਿੱਚ ਵੀ ਵਿਸ਼ੇਸ਼ ਬਹੁਮਤ ਚਾਹੀਦਾ ਹੁੰਦਾ ਹੈ, ਉਵੇਂ ਹੀ ਇਹਨਾਂ ਨੂੰ ਹਟਾਉਣ ਲਈ ਵੀ ਵਿਸ਼ੇਸ਼ ਬਹੁਮਤ ਦੋਵਾਂ ਸਦਨਾਂ ਵਿੱਚ ਸੰਸਦ ਲਈ ਚਾਹੀਦਾ ਹੁੰਦਾ ਹੈ। ਇਸ ਲਈ ਇਹਨਾਂ ਨੂੰ ਹਟਾਉਣਾ ਬਹੁਤ ਡਿਫਿਕਲਟ ਹੈ। ਔਰ ਅਗਰ ਆਪਾਂ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਸੁਪਰੀਮ ਕੋਰਟ ਦੇ ਜੱਜ ਨੂੰ ਵੀ ਐਵੇਂ ਹੀ ਹਟਾਇਆ ਜਾਂਦਾ ਹੈ। ਸੋ ਅਗਰ ਆਪਾਂ ਜਦੋਂ ਦਾ ਸੰਵਿਧਾਨ ਬਣਿਆ ਉਦੋਂ ਦਾ ਇਤਿਹਾਸ ਦੇਖਿਆ ਜਾਏ ਤਾਂ ਅਜੇ ਤੱਕ ਇਹੋ ਜਿਹਾ ਕੋਈ ਵੀ ਇਨਸੀਡੈਂਟ ਨਹੀਂ ਹੋਇਆ ਕਿ ਕਿਸੇ ਵੀ ਸੁਪਰੀਮ ਕੋਰਟ ਦੇ ਜੱਜ ਨੂੰ ਜਾਂ ਮੁੱਖ ਜੱਜ ਨੂੰ ਜਾਂ ਹਾਈ ਕੋਰਟ ਦੇ ਜੱਜ ਨੂੰ ਇੰਪੀਚਮੈਂਟ ਕੀਤਾ ਹੋਏ, ਮਤਲਬ ਉਹਨੂੰ ਉਸਦੇ ਪਦ ਤੋਂ ਹਟਾ ਦਿੱਤਾ ਗਿਆ ਹੋਏ ਸੰਸਦ ਦੇ ਦੁਆਰਾ। ਸੋ ਇਹ ਆਪਣੇ ਦੇਸ਼ ਦੀ ਇੱਕ ਖੂਬਸੂਰਤੀ ਵੀ ਹੈ ਕਿ ਹਜੇ ਤੱਕ ਕਿਸੇ ਵੀ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਜੱਜ ਦੀ ਇੰਪੀਚਮੈਂਟ ਨਹੀਂ ਹੋਈ ਹੈ। ਠੀਕ ਹੈ, ਅੱਗੇ ਗੱਲ ਕਰਦੇ ਹਾਂ ਕਿ ਇਹਨਾਂ ਦੀ ਸੁਤੰਤਰਤਾ ਕੀ ਹੈ। ਇਲੈਕਸ਼ਨ ਕਮਿਸ਼ਨ ਦੀ ਜੋ ਸੁਤੰਤਰਤਾ ਹੈ ਉਹ ਜੋ ਮੁੱਖ ਚੁਣਾਵ ਅਧਿਕਾਰੀ ਹੈ ਔਰ ਬਾਕੀ ਜੋ ਇਲੈਕਸ਼ਨ ਕਮਿਸ਼ਨ ਦੇ ਵਿੱਚ ਮੈਂਬਰ ਆ ਉਹਨਾਂ ਦਾ ਇੱਕ ਕਾਰਜਕਾਲ ਜੋ ਹੈ ਉਹ ਸੁਰੱਖਿਅਤ ਹੈ, ਮਤਲਬ ਉਹ 6 ਸਾਲ ਦੇ ਜਾਂ 65 ਸਾਲ ਦੀ ਉਮਰ ਤੱਕ ਆਪਣਾ ਪਦ ਤੇ ਬਣੇ ਰਹਿਣਗੇ। ਠੀਕ ਹੈ, ਮੁੱਖ ਚੁਣਾਵ ਅਧਿਕਾਰੀ ਦੀਆਂ ਸੇਵਾ ਸ਼ਰਤਾਂ ਨੂੰ ਉਸ ਦੀ ਨਿਯੁਕਤੀ ਤੋਂ ਬਾਅਦ ਘਟਾਇਆ ਨਹੀਂ ਜਾ ਸਕਦਾ, ਇਹ ਵੀ ਇੱਕ ਸੁਤੰਤਰਤਾ ਹੈ। ਠੀਕ ਹੈ, ਸੋ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕਿ ਚੁਣਾਵ ਆਯੋਗ ਦੀ ਜੋ ਸੁਤੰਤਰਤਾ ਹੈ ਉਸ ਲਈ ਸੰਵਿਧਾਨ ਦੇ ਤਹਿਤ ਜੋ ਦਿਸ਼ਾ ਨਿਰਦੇਸ਼ ਦਿੱਤੇ ਗਏ ਉਹਨਾਂ ਵਿੱਚ ਕੁਝ ਦੋਸ਼ ਵੀ ਮਿਲਦੇ ਆ। ਠੀਕ ਹੈ, ਉਹ ਦੋਸ਼ ਕੀ ਆ ਕਿ ਫਸਟ ਦੋਸ਼ ਤਾਂ ਇਹ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਜੋ ਮੈਂਬਰ ਹੋਣਗੇ ਉਹਨਾਂ ਦੀ ਯੋਗਤਾ ਸੰਵਿਧਾਨ ਦੇ ਵਿੱਚ ਤੈਅ ਨਹੀਂ ਕੀਤੀ ਗਈ। ਜਿਵੇਂ ਅਟਾਰਨੀ ਜਨਰਲ ਬਾਰੇ ਪੜ੍ਹਿਆ ਆਪਾਂ ਕਿ ਉਸ ਦੀ ਯੋਗਤਾ ਤੈਅ ਹੈ, ਉਸ ਲਈ ਕੀ ਹੋਣਾ ਚਾਹੀਦਾ ਹੈ ਕਿ ਉਸ ਲਈ ਇਹ ਯੋਗਤਾ ਹੋਣੀ ਚਾਹੀਦੀ ਹੈ ਉਹ ਸੁਪਰੀਮ ਕੋਰਟ ਦਾ ਜੱਜ ਬਣਨ ਲਈ ਦੀ ਯੋਗਤਾ ਰੱਖੇ। ਲੇਕਿਨ ਇਲੈਕਸ਼ਨ ਕਮਿਸ਼ਨ ਦਾ ਜੋ ਚੀਫ ਬਣ ਰਿਹਾ, ਜੋ ਹੈੱਡ ਬਣ ਰਿਹਾ ਜਾਂ ਹੋਰ ਮੈਂਬਰ ਬਣ ਰਿਹਾ, ਉਹਨਾਂ ਦੀ ਯੋਗਤਾ ਬਾਰੇ ਜੋ ਹੈ ਕਿਸੇ ਪਾਸੇ ਕੋਈ ਜਾਣਕਾਰੀ ਸੰਵਿਧਾਨ ਦੇ ਵਿੱਚ ਨਹੀਂ ਮਿਲੀ, ਨਾ ਹੀ ਇਹਨਾਂ ਦੀ ਪਦ ਅਵਧੀ ਬਾਰੇ ਉਲੇਖ ਹੈ। ਠੀਕ ਹੈ, ਇਸ ਤੋਂ ਬਾਅਦ ਕੀ ਕਾਰਜਕਾਲ ਖਤਮ ਹੋਣ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦੇ ਮੈਂਬਰਾਂ ਨੂੰ ਸਰਕਾਰ ਦੁਆਰਾ ਹੋਰ ਨਿਯੁਕਤੀਆਂ ਉੱਪਰ ਵੀ ਰੋਕ ਨਹੀਂ ਲਗਾਈ ਗਈ ਹੈ। ਅਗਰ ਆਪਾਂ ਸੁਪਰੀਮ ਕੋਰਟ ਦੀ ਗੱਲ ਕਰੀਏ ਜਾਂ ਜੋ ਵੀ ਜੱਜ ਹੈ
ਉਸ ਨੂੰ ਕੀ ਕਿਹਾ ਗਿਆ ਕਿ ਉਹ ਆਪਣੇ ਕਾਰਜਕਾਲ ਖਤਮ ਹੋਣ ਤੋਂ ਬਾਅਦ ਵਕਾਲਤ ਨਹੀਂ ਕਰ ਸਕਦੇ। ਲੇਕਿਨ ਜੇ ਅਗਰ ਇਲੈਕਸ਼ਨ ਕਮਿਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ ਇਹ ਲਿਖਿਆ ਹੋਇਆ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਜੋ ਵੀ ਮੈਂਬਰ ਆ ਉਹ ਕਾਰਜਕਾਲ ਤੋਂ ਬਾਅਦ ਸਰਕਾਰ ਦੀਆਂ ਹੋਰ ਨਿਯੁਕਤੀਆਂ ਵਿੱਚ ਵੀ ਭਰਤੀ ਹੋ ਕੀਤੇ ਜਾ ਸਕਦੇ ਆ ਸਰਕਾਰ ਦੁਆਰਾ। ਇਹ ਦੋਸ਼ ਆ ਨਿਰਵਾਚਨ ਪ੍ਰਣਾਲੀ ਦੇ ਵਿੱਚ ਕੁਝ, ਠੀਕ ਹੈ। ਇਸ ਤੋਂ ਇਲਾਵਾ ਸ਼ਕਤੀਆਂ ਕੀ ਨੇ ਤੇ ਉਹਨਾਂ ਦੇ ਕਾਰਜ ਕੀ ਨੇ, ਉਹਨਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਇੱਕ ਤਾਂ ਪਹਿਲੀ ਹੈ ਪ੍ਰਸ਼ਾਸਨਿਕ, ਦੂਜੀ ਹੈ ਸਲਾਹਕਾਰੀ, ਤੀਜੀ ਹੈ ਅਰਧ ਨਿਆਇਕ, ਠੀਕ ਹੈ। ਸਾਰਿਆਂ ਨੂੰ ਕੰਮ ਪਤਾ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਕੰਮ ਕੀ ਹੁੰਦੇ ਆ। ਸਮੇਂ-ਸਮੇਂ ਤੇ ਚੁਣਾਵ ਨਾਮਾਵਲੀ ਜੋ ਹੈ ਤਿਆਰ ਕਰਦਾ ਹੈ। ਉਹਦੇ ਵਿੱਚ ਯੋਗ ਜੋ ਮਤਦਾਤਾ ਹੁੰਦੇ ਆ ਉਹਨਾਂ ਨੂੰ ਐਡ ਕਰਦਾ ਹੈ, ਚੁਣਾਵ ਦੀ ਮਿਤੀ ਅਨਾਉਂਸ ਕਰਦਾ ਹੈ, ਸਮੇਂ ਸਾਰਣੀ ਨਿਰਧਾਰਿਤ ਕਰਦਾ ਹੈ ਕਿ ਕਦੋਂ ਚੁਣਾਵ ਹੋਏਗਾ, ਰਾਜਨੀਤਿਕ ਦਲਾਂ ਨੂੰ ਮਾਨਤਾ ਦਿੰਦਾ ਹੈ, ਉਹਨਾਂ ਨੂੰ ਚੁਣਾਵੀ ਚਿੰਨ੍ਹ ਪ੍ਰਦਾਨ ਕਰਦਾ ਹੈ, ਠੀਕ ਹੈ। ਜੋ ਵੀ ਚੁਣਾਵੀ ਵਿਵਾਦ ਹੁੰਦੇ ਆ ਉਹਨਾਂ ਦਾ ਹੱਲ ਕਰਦਾ ਹੈ ਤੇ ਆਚਾਰ ਸੰਹਿਤਾ ਲਗਾਉਂਦਾ ਹੈ, ਠੀਕ ਹੈ। ਉਸਦੇ ਉਲੰਘਣ ਕਰਨ ਤੇ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਦਲ ਨੂੰ ਸਜ਼ਾ ਦਿੰਦਾ ਹੈ, ਠੀਕ ਹੈ। ਪੋਲੀਟੀਕਲ ਪਾਰਟੀਆਂ ਦੀਆਂ ਨੀਤੀਆਂ ਤੇ ਪ੍ਰਚਾਰ ਲਈ ਰੇਡੀਓ ਤੇ ਟੀਵੀ ਕਾਰਜਕ੍ਰਮਾਂ ਨੂੰ ਤਿਆਰ ਕਰਦਾ ਹੈ। ਇਹ ਸਭ ਲਈ ਕਾਮਨ ਆ, ਇਹ ਸਭ ਨੂੰ ਪਤਾ ਹੁੰਦੇ ਆ, ਠੀਕ ਹੈ। ਹੁਣ ਇਹਨਾਂ ਉੱਪਰ ਕੋਈ ਡਾਊਟ ਹੈ ਤਾਂ ਉਹ ਪੁੱਛ ਲਓ, ਔਰ ਜੋ ਇਹਦੇ ਉੱਪਰ ਮੈਂ ਕੁਐਸਚਨ ਬਣਾਏ ਆ ਵਰਨਾ ਮੈਂ ਉਹ ਪੁੱਛਦਾ, ਕਿਉਂਕਿ 2-3 ਮਿੰਟ ਬਾਅਦ ਜੋ ਹੈ ਮੀਟਿੰਗ ਓਵਰ ਹੋ ਜਾਏਗੀ। ਕਿਸੇ ਦਾ ਕੋਈ ਡਾਊਟ ਹੈ ਤਾਂ ਹੈਂਡ ਰੇਜ਼ ਕਰ ਲਓ। ਹਾਂਜੀ ਅਮਰਜੋਤ। ਸਰ ਮੈਂ ਕਲਾਸ ਲੇਟ ਜੁਆਇਨ ਕੀਤੀ ਹੈ। ਮੈਂ ਮਤਲਬ ਕਿ ਚੋਣ ਅਯੋਗ ਦਾ ਟੌਪਿਕ ਕੀਤਾ ਹੋਇਆ ਕਲੀਅਰ ਤੁਹਾਡੇ ਨਾਲ। ਤੇ ਜਿਹੜਾ ਪਹਿਲਾ ਟੌਪਿਕ ਹੋਇਆ ਇਹ ਉਹ ਵੀਡੀਓ ਰਿਕਾਰਡਿੰਗ ਹੋਈ ਹੈ, ਅਪਲੋਡ ਹੋਏਗੀ YouTube ਤੇ, ਗਰੁੱਪ ਵਿੱਚ ਹੀ ਜਾਏਗਾ ਤਾਂ ਹੀ ਵੇਖ ਪਾਓਗੇ ਨਾ, ਵਰਨਾ ਕੁਐਸਚਨ ਕਰਾਏ ਸੀ ਤੁਸੀਂ। ਹਾਂਜੀ ਕੀ ਰਹੇ ਸੀ ਕੁਐਸਚਨ ਸਕਰੀਨ ਦੇ ਉੱਪਰ ਕਿਸੇ ਨੂੰ ਸ਼ੋ ਨਹੀਂ ਹੋਏ। ਕੁਐਸਚਨ ਕੱਲ ਸ਼ੋ ਹੋਣਗੇ ਸਕਰੀਨ ਉੱਪਰ, ਕਿਉਂਕਿ ਪੀਪੀਟੀ ਬਣਾਈ ਨਹੀਂ ਮੈਂ, ਔਰ ਸਡਨਲੀ ਮੀਟਿੰਗ ਦਾ ਟਾਈਮ ਜੋ ਹੈ ਜਲਦੀ ਅਨਾਉਂਸ ਕਰਨਾ ਪਿਆ, ਕਿਉਂਕਿ ਰਾਤ ਨੂੰ ਅੱਜ ਮੀਟਿੰਗ ਨਹੀਂ ਹੋਏਗੀ। ਅੱਜ ਰਾਤ ਨੂੰ ਮੀਟਿੰਗ ਨਹੀਂ ਹੋਏਗੀ। ਹਾਂਜੀ ਇਸ ਲਈ ਦਿਨ ਵਿੱਚ ਰੱਖੀ ਹੈ ਨਾ। ਠੀਕ ਹੈ ਸਰ। ਓਕੇ ਹਾਂਜੀ, ਕਿਸੇ ਹੋਰ ਦਾ ਕੋਈ ਹੈ ਕੋਈ ਡਾਊਟ? ਸਰ ਵੀਕ ਚ ਕਿੰਨੇ ਡੇਜ਼ ਕਲਾਸਿਸ ਲੱਗਦੀਆਂ ਨੇ, ਟਾਈਮਿੰਗ ਵਗੈਰਾ ਸਰ? ਡੇਲੀ ਕਲਾਸ ਹੁੰਦੀ ਹੈ, ਇੱਕ ਟਾਈਮ ਤਾਂ ਹੁੰਦੀ ਹੈ ਹਰ ਦਿਨ, ਕਿਸੇ ਟਾਈਮ ਦੋ ਵੀ ਟਾਈਮ ਹੋ ਜਾਂਦੀ ਹੈ, ਕਿਉਂਕਿ ਹੁਣ ਪੇਪਰ ਜੋ ਹੈ ਪੋਸਟਪੋਨ ਹੋ ਗਿਆ, ਸੋ ਆਪਾਂ ਇਸ ਲਈ ਇੱਕ ਹੀ ਕਲਾਸ ਲੈ ਕੇ ਚੱਲ ਰਹੇ ਹਾਂ। ਹਰਦੀਪ ਸਿੰਘ। ਹਰਦੀਪ ਸਿੰਘ ਹਾਂਜੀ। ਹੁਣੇ ਨਵੇਂ ਬਣੇ ਆ, ਉਹ ਪਹਿਲਾਂ ਤਾਂ ਸੁਨੀਲ ਅਰੋੜਾ ਸੀ, ਨਵੇਂ ਦਾ ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਪੜ੍ਹਿਆ ਤਾਂ ਸੀ ਮੈਂ ਨਿਊਜ਼ਪੇਪਰ ਵਿੱਚ। ਚੰਦਰਾ ਨਾਂ ਕਰਕੇ ਹੈ, ਸੋ ਉਹ ਬਣੇ। ਪਹਿਲਾਂ ਸੁਨੀਲ ਅਰੋੜਾ ਸੀ। 14 ਜੂਨ ਨੂੰ ਕੀਤਾ ਜੀ ਉਹਨਾਂ ਨੂੰ। ਹਾਂਜੀ ਥੋੜਾ ਜਿਹਾ ਕਰੰਟ ਨਾਲ ਰਿਲੇਟ ਕਰਕੇ ਰੱਖਿਆ ਕਰੋ, ਕਿਉਂਕਿ ਪਹਿਲਾਂ ਜੋ ਸੁਨੀਲ ਅਰੋੜਾ ਸੀ, ਹੁਣ ਕੋਈ ਚੰਦਰਾ ਨਾਂ ਦੇ ਹੈਗੇ ਆ ਇਲੈਕਸ਼ਨ ਕਮਿਸ਼ਨਰ। ਭਾਗ ਬਾਰੇ ਨਹੀਂ ਪੁੱਛਿਆ ਜਾਂਦਾ, ਆਰਟੀਕਲ 324 ਡਾਇਰੈਕਟ ਹੀ ਪੁੱਛਿਆ ਜਾਂਦਾ ਕਿ ਕਿਹੜੇ ਆਰਟੀਕਲ ਵਿੱਚ ਗੱਲ ਕੀਤੀ ਜਾਂਦੀ ਹੈ। ਹਾਂਜੀ ਸੁਸ਼ੀਲ ਚੰਦਰਾ ਹੈ ਨਾ। ਓਕੇ ਸੁਸ਼ੀਲ ਚੰਦਰਾ ਨੇ ਜੋ ਇਲੈਕਸ਼ਨ ਕਮਿਸ਼ਨ ਦੇ ਨਿਊ ਚੇਅਰਮੈਨ ਨੇ, ਇਲੈਕਸ਼ਨ ਕਮਿਸ਼ਨ ਆਫ ਇੰਡੀਆ, ECI। ਓਕੇ ਨਾਲੇ ਅਨੂਪ ਚੰਦਰਾ ਪਾਂਡੇ ਨਹੀਂ ਸੀ? ਨਹੀਂ ਇਹ ਜਿਹੜੇ ਕਿ ਨਾ ਹਿਸਟੋਰੀ ਦੇ ਹੈਗੇ ਆ ਸਰ, ਇਹਨਾਂ ਨੂੰ 13 ਅਪ੍ਰੈਲ ਨੂੰ ਬਣਾਇਆ ਗਿਆ ਸੀਗਾ 2000। ਤੇ ਨਾਲੇ ਉਹ ਜਿਹੜੇ ਹੁਣੇ ਬਣਾਏ ਸੀਗੇ ਯੂਪੀ ਦੇ ਪਤਾ ਨਹੀਂ 84 ਬੈਚ ਦੇ IPS ਅਧਿਕਾਰੀ ਸੀ, ਉਹ ਨਾਲ ਮੈਂਬਰ ਬਣਿਆ ਕਿਉਂਕਿ ਬਹੁ ਮੈਂਬਰੀ ਸੰਸਦ ਹੈ ਨਾ, ਬਹੁ ਮੈਂਬਰੀ ਪਰਿਸ਼ਦ ਹੈ ਜੀ। ਅਨੂਪ ਚੰਦਰਾ ਪਾਂਡੇ ਨੂੰ ਬਣਾਇਆ ਜੀ ਹੁਣ, ਉਹ ਮੈਂਬਰ ਬਣਿਆ ਵੀਰੇ, ਇਲੈਕਸ਼ਨ ਕਮਿਸ਼ਨਰ ਨਹੀਂ ਬਣੇ, ਉਹ ਮੈਂਬਰ ਬਣਿਆ ਨਾਲ। ਅਨੂਪ ਚੰਦਰਾ ਪਾਂਡੇ ਅਪਾਇੰਟਡ ਐਜ਼ ਨਿਊ ਇਲੈਕਸ਼ਨ ਕਮਿਸ਼ਨਰ। ਅਨੂਪ ਚੰਦਰਾ ਪਾਂਡੇ ਬਣਿਆ ਜੀ, ਮੈਂ ਜੀਕੇ ਚ ਇਹ ਪੜਿਆ ਸੀਗਾ ਜੀ ਵੀਰੇ। ਜੋ IAS ਨੇ ਨਾ, ਉਹ UPA ਦੇ, ਉਹ ਇੱਕ ਇਲੈਕਸ਼ਨ ਕਮਿਸ਼ਨ, ਕਿਉਂਕਿ ਬਹੁ ਮੈਂਬਰੀ ਪਰਿਸ਼ਦ ਹੈ ਔਰ ਇਲੈਕਸ਼ਨ ਕਮਿਸ਼ਨ ਦੇ ਉਹ ਮੈਂਬਰ ਬਣੇ ਆ। ਲੇਕਿਨ ਜੋ ਸੰਜੇ ਕਹਿ ਰਹੇ ਆ ਉਹੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ,
ਜੋ ਚੰਦਰਾ ਨਾਂ ਕਹਿ ਰਿਹਾ ਸੁਸ਼ੀਲ ਚੰਦਰਾ। ਔਰ ਹੈਗੇ ਆ ਇੰਡੀਆ ਦੇ ਹੈਗੇ ਆ, ਓਏ ਇਹਨਾਂ ਨੂੰ ਬਣਾਇਆ ਸੀਗਾ ਇਹਨਾਂ ਨੇ, ਤੇ ਜਿਹੜਾ ਤੁਸੀਂ ਦੱਸ ਰਹੇ ਹੋ ਨਾ ਉਹ ਆਪਣੇ ਨਹੀਂ ਹੈਗੇ ਨੇ। ਉਹ ਮੈਂਬਰ ਬਣੇ ਆ ਉਹ ਤਾਂ ਸੰਜੇ। ਅੱਛਾ ਉਹਨੂੰ ਲੋਕ ਦੀ ਗੱਲ ਕਰ ਰਹੇ ਹੋ। ਹਾਂ ਉਹ ਮੈਂਬਰ ਬਣੇ ਆ। ਚਲੋ ਮੈਂ ਕੁਐਸਚਨ ਕਰਦਾ, ਕਿਸੇ ਹੋਰ ਦਾ ਡਾਊਟ ਹੋਏ ਤਾਂ, ਕਿਉਂਕਿ ਮੀਟਿੰਗ ਓਵਰ ਹੋਣ ਵਾਲੀ ਆ। ਸੋ ਰਾਈਟ, ਜੋ ਆਨਸਰ ਤੁਹਾਨੂੰ ਲੱਗੇ। ਇਹਨਾਂ ਨੂੰ ਇਹ ਤਾਂ ਪਹਿਲਾਂ ਦੇ ਗਏ ਸੀਗੇ, ਇਹਨਾਂ ਨੂੰ ਬਣਾਇਆ ਸੀਗਾ ਸ਼ਾਇਦ ਇਹ ਦੀ ਗੱਲ ਕਰ ਰਹੇ ਹੋ ਨਾ, ਇਹ 9 ਜੂਨ ਨੂੰ ਬਣਾਏ ਹੈਗੇ ਨੇ। ਹਾਂ ਹੁਣੇ 9 ਜੂਨ ਤੇ ਚਲੋ। ਸੋ ਮੈਂ ਕੁਐਸਚਨ ਪੁੱਛਣ ਜਾ ਰਿਹਾ। ਫਰਸਟ ਕੁਐਸਚਨ ਹੈ ਇਲੈਕਸ਼ਨ ਕਮਿਸ਼ਨ ਨੂੰ ਲੈ ਕੇ। ਸਥਾਨਿਕ ਢਾਂਚੇ ਦਾ ਚੁਣਾਵ ਕੌਣ ਕਰਾਉਂਦਾ ਹੈ? ਆਪਸ਼ਨ ਏ ਹੈ ਇਲੈਕਸ਼ਨ ਕਮਿਸ਼ਨ, ਆਪਸ਼ਨ ਬੀ ਹੈ ਰਾਜ ਇਲੈਕਸ਼ਨ ਕਮਿਸ਼ਨ, ਆਪਸ਼ਨ ਸੀ ਹੈ ਮੁੱਖ ਮੰਤਰੀ, ਆਪਸ਼ਨ ਡੀ ਹੈ ਰਾਜਪਾਲ। ਸਥਾਨਿਕ ਢਾਂਚੇ ਦੀ ਗੱਲ ਕਰ ਰਹੇ ਹਾਂ। ਆਪਸ਼ਨ ਏ ਹੈ ਇਲੈਕਸ਼ਨ ਕਮਿਸ਼ਨ, ਆਪਸ਼ਨ ਬੀ ਹੈ ਰਾਜ ਇਲੈਕਸ਼ਨ ਕਮਿਸ਼ਨ, ਆਪਸ਼ਨ ਸੀ ਹੈ ਮੁੱਖ ਮੰਤਰੀ, ਆਪਸ਼ਨ ਡੀ ਹੈ ਰਾਜਪਾਲ। ਸਥਾਨਿਕ ਢਾਂਚੇ ਦਾ ਜੋ ਚੁਣਾਵ ਕਰਾਉਂਦਾ ਹੈ ਉਹ ਇਲੈਕਸ਼ਨ ਕਮਿਸ਼ਨ ਨਹੀਂ ਕਰਾਉਂਦਾ, ਰਾਜ ਇਲੈਕਸ਼ਨ ਕਮਿਸ਼ਨ ਕਰਾਉਂਦਾ ਹੈ। ਠੀਕ ਹੈ, ਇਲੈਕਸ਼ਨ ਕਮਿਸ਼ਨ ਸਿਰਫ ਸੰਸਦ ਦਾ, ਰਾਸ਼ਟਰਪਤੀ ਦਾ, ਉਪ ਰਾਸ਼ਟਰਪਤੀ ਦਾ ਔਰ ਵਿਧਾਨ ਮੰਡਲ ਦਾ ਇਲੈਕਸ਼ਨ ਕਰਾਉਂਦਾ ਹੈ। ਸਥਾਨਿਕ ਢਾਂਚੇ ਮਤਲਬ ਪੇਂਡੂ ਔਰ ਜੋ ਸ਼ਹਿਰੀ ਪੱਧਰ ਤੇ ਸਰਕਾਰਾਂ ਬੰਦੀਆਂ, ਉਹ ਰਾਜ ਸਟੇਟ ਦਾ ਇਲੈਕਸ਼ਨ ਕਮਿਸ਼ਨ ਜੋ ਹੁੰਦਾ ਹੈ ਉਹ ਇਲੈਕਸ਼ਨ ਕਰਾਉਂਦਾ ਹੈ। ਠੀਕ ਹੈ, ਕਿਸ ਆਰਟੀਕਲ ਵਿੱਚ ਇਲੈਕਸ਼ਨ ਕਮਿਸ਼ਨ ਦੀ ਵਿਵਸਥਾ ਕੀਤੀ ਗਈ ਹੈ? ਆਪਸ਼ਨ ਏ ਹੈ ਆਰਟੀਕਲ 3 to 4, ਆਰਟੀਕਲ 3 to 8, ਆਰਟੀਕਲ 362, ਆਰਟੀਕਲ 32। ਕਿਸ ਆਰਟੀਕਲ ਵਿੱਚ ਇਲੈਕਸ਼ਨ ਕਮਿਸ਼ਨ ਦੀ ਵਿਵਸਥਾ ਕੀਤੀ ਗਈ ਹੈ? ਆਰਟੀਕਲ 324 ਦੇ ਵਿੱਚ ਕੀਤੀ ਗਈ ਹੈ। ਠੀਕ ਹੈ, ਨੈਕਸਟ ਕੁਐਸਚਨ ਹੈ ਇਲੈਕਸ਼ਨ ਕਮਿਸ਼ਨ ਦੇ, ਅਰੇ ਯਾਰ